ਤਾਂ ਜੋੜਾਂ ਦਾ ਦਰਦ ਹੈ ਕੀ ਹੈ ਔਰ ਇਹਦੇ ਮੁੱਖ ਕਾਰਨ ਕੀ ਹੋ ਸਕਦੇ ਨੇ? ਆਸਟੀਓਆਰਥਰਾਈਟਿਸ ਜਿਹੜੀ ਆ ਜਿਹਦਾ ਕਹਿੰਦੇ ਗੋਡੇ ਦੀ ਗਰੀਸ ਖਤਮ ਹੋ ਗਈ ਆਮ। ਗਠੀਏ ਦੇ ਕਾਰਨ ਕੀ ਹੋ ਸਕਦਾ ਹੈ? ਗਠੀਆ ਦਾ ਕਈਆਂ ਦੇ ਵਿੱਚ ਜ਼ਰੂਰੀ ਨਹੀਂ ਹੈ, ਜਿੱਦਾਂ ਆਪਾਂ ਕਹਿੰਦੇ ਕਿ ਇੱਕ ਰੂਮੇਟਾਇਡ ਫੈਕਟਰ ਹੁੰਦਾ ਹੈ। ਅਗਰ ਤੁਹਾਨੂੰ ਲੱਗੇ, ਕਿਸੇ ਨੂੰ ਵੀ ਲੱਗੇ ਕਿ ਸਿੰਪਟਮਸ ਆ ਰਹੇ ਹੈ, ਜੋੜਾਂ ਦਾ ਦਰਦ ਹੋ ਰਿਹਾ, ਅਰਾਊਂਡ 40s ਦੇ ਆਸ-ਪਾਸ ਦੇਖੇਗਾ ਕਿ ਬੋਨ ਡੈਂਸਿਟੀ ਤੁਹਾਡੀ ਕਮ ਹੋਣੀ ਸ਼ੁਰੂ ਹੋ ਜਾਂਦੀ ਹੈ। ਪਰ ਇਸ ਤੋਂ ਇਲਾਵਾ ਕਿਹੜੇ ਪ੍ਰੀਕਾਸ਼ਨ ਨੇ ਜਿਸ ਤੋਂ ਵਰਤ ਕੇ ਆਰਥਰਾਈਟਿਸ ਤੋਂ ਬਚਿਆ ਜਾ ਸਕਦਾ ਹੈ? ਤੁਸੀਂ ਸਭ ਕੁਝ ਖਾਓ, ਪਰ ਇੱਕ ਲਿਮਿਟਡ, ਇੱਕ ਬੈਲੈਂਸਡ ਫੂਡ ਖਾਓ। ਇਹਦਾ ਵੀ ਅਗਰ ਅਰਲੀ ਸਟੇਜ ਵਿੱਚ ਇਹਨੂੰ ਪਕੜ ਲਿੱਤਾ ਜਾਏ, ਫਰਸਟ ਜਾਂ ਸੈਕੰਡ ਸਟੇਜ ਵਿੱਚ, ਤਾਂ ਸਾਡੀ ਉਹ ਲਾਸਟ ਸਟੇਜ ਦੇ ਜਿਹਦੇ ਵਿੱਚ ਲੋੜ ਪੈਂਦੀ ਹੈ ਨੀ ਰਿਪਲੇਸਮੈਂਟ ਦੀ ਜਾਂ ਜੁਆਇੰਟ ਰਿਪਲੇਸਮੈਂਟ ਦੀ, ਇਸ ਤੋਂ ਬਚਿਆ ਜਾ ਸਕਦਾ ਹੈ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਜਤਿੰਦਰ ਸਿੰਘ ਖਹਿਰਾ ਔਰ ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਇੱਕ ਵਾਰ ਫਿਰ ਤੋਂ ਹੈਲਥ ਮੰਤਰਾ ਲੈ ਕੇ ਮੈਂ ਹਾਜ਼ਰ ਹਾਂ। ਅੱਜ ਕੱਲ੍ਹ ਦੇਖਿਆ ਜਾਵੇ ਤੇ ਜੋੜਾਂ ਦਾ ਦਰਦ ਜਾਂ ਗੋਡਿਆਂ ਦਾ ਦਰਦ ਆਮ ਹੋ ਗਿਆ ਹੈ। ਪਹਿਲਾਂ ਅਸੀਂ ਸੁਣਦੇ ਸੀ ਕਿ ਸਿਰਫ ਤੇ ਸਿਰਫ ਇੱਕ ਏਜ ਹੈ ਜਿਹੜੀ 30 ਜਾਂ 40 ਜਾਂ 50 ਤੋਂ ਵੱਧ ਜਾ ਕੇ ਜਿਹੜਾ ਹੈ ਕੋਈ ਦਰਦ ਸ਼ੁਰੂ ਹੁੰਦਾ ਹੈ। ਅੱਜ ਕੱਲ੍ਹ ਅਸੀਂ ਦੇਖਿਆ ਨੌਜਵਾਨ ਵੀ ਕਹਿੰਦੇ ਨੇ ਸਾਡੇ ਜੋੜਾਂ 'ਚ ਦਰਦ ਹੁੰਦਾ ਹੈ। ਕਾਰਨ ਕੀ ਹੈ ਇਸ ਦਰਦ ਦਾ, ਯਾਨੀ ਕਿ ਆਰਥੋਪੈਡਿਕ ਹੈ ਕੀ ਹੈ? ਔਰ ਅੱਜ ਮੈਂ ਇਸੇ ਗੱਲਾਂ ਦੇ ਸਵਾਲਾਂ ਦੇ ਜਵਾਬ ਲੈਣ ਦੇ ਲਈ ਡਾਕਟਰ ਸੰਜੀਵ ਗੋਇਲ, ਜਿਹੜੇ ਕਿ ਆਰਥੋਪੈਡਿਕ ਸਪੈਸ਼ਲਿਸਟ ਨੇ ਔਰ ਨੀ ਟ੍ਰਾਂਸਪਲਾਂਟ ਸਪੈਸ਼ਲਿਸਟ ਨੇ, ਉਹਨਾਂ ਦੇ ਕੋਲ ਪਹੁੰਚੇ ਹਾਂ ਤੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕਿ ਇਹ ਕਾਰਨ ਕੀ ਹੈ ਸਭ ਗੱਲਾਂ ਦਾ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ। ਅੱਛਾ, ਜਦੋਂ ਆਪਾਂ ਗੱਲ ਕਰਦੇ ਹਾਂ ਆਰਥੋਪੈਡਿਕ ਦੀ, ਯਾਨੀ ਕਿ ਜੋੜਾਂ ਦੇ ਦਰਦ ਦੀ ਗੱਲ ਕਰੀਏ, ਤਾਂ ਜੋੜਾਂ ਦਾ ਦਰਦ ਹੈ ਕੀ ਹੈ ਔਰ ਇਹਦੇ ਮੁੱਖ ਕਾਰਨ ਕੀ ਹੋ ਸਕਦੇ ਨੇ? ਦੇਖੋ, ਜੋੜਾਂ ਦਾ ਦਰਦ ਜਿਹੜਾ ਹੈ ਇੱਕ ਸਭ ਤੋਂ ਕਾਮਨ ਬਿਮਾਰੀ ਹੈ ਹੱਡੀਆਂ ਦੀ ਜੀ। ਔਰ ਉਹ ਕਹਿੰਦੇ ਕਿ ਕਿਸੇ ਨਾ ਕਿਸੇ ਨੂੰ ਆਪਣੇ ਲਾਈਫ ਟਾਈਮ ਵਿੱਚ 70 ਤੋਂ 80% ਲੋਕਾਂ ਨੂੰ ਹੋਣੀ ਹੈ। ਹੁਣ ਅਰਥਰਾਈਟਿਸ ਕਈ ਤਰ੍ਹਾਂ ਦਾ ਹੁੰਦਾ ਹੈ, ਹਰੇਕ ਏਜ ਵਿੱਚ ਹੁੰਦਾ ਹੈ। ਆਪਾਂ ਬਚਪਨ ਤੋਂ ਸ਼ੁਰੂ ਕਰੀਏ ਤੇ ਇੱਕ ਜੁਵਨਾਈਲ ਰੂਮੇਟਾਇਡ ਅਰਥਰਾਈਟਿਸ ਕਹਿੰਦੇ ਆ। ਫਿਰ ਇਹ ਜਿਹੜਾ ਅਰਥਰਾਈਟਿਸ ਹੈ ਇਹ ਯੰਗ ਏਜ ਵਿੱਚ ਹੁੰਦਾ ਹੈ, ਰੂਮੇਟਾਇਡ ਅਰਥ, ਜਿਹਨੂੰ ਕਿ ਆਮ ਲੋਕ ਗਠੀਆ ਕਹਿੰਦੇ ਆ। ਉਸ ਤੋਂ ਬਾਅਦ ਜਿੱਦਾਂ ਏਜ ਵੱਧਦੀ ਰਹਿੰਦੀ ਹੈ, ਫਿਰ ਸਾਡੇ ਜਿਹੜਾ 40 ਸਾਲ ਤੋਂ ਉੱਪਰ ਫਿਰ ਇਹ ਆਸਟੀਓਆਰਥਰਾਈਟਿਸ ਸ਼ੁਰੂ ਹੋ ਜਾਂਦਾ ਹੈ। ਆਸਟੀਓਆਰਥਰਾਈਟਿਸ ਜਿਹੜੀ ਹੈ ਜਿਹਦਾ ਕਹਿੰਦੇ ਗੋਡੇ ਦੀ ਗਰੀਸ ਖਤਮ ਹੋ ਗਈ, ਆਮ ਬੰਦੇ ਕਹਿੰਦੇ ਆ, ਜਾਂ ਜੋੜ ਘਸ ਗਿਆ ਹੈ, ਇਹ 40s ਤੋਂ ਬਹੁਤ ਕਾਮਨ ਹੁੰਦਾ ਹੈ। ਫੀਮੇਲਸ ਵਿੱਚ ਬਹੁਤ ਕਾਮਨ ਹੁੰਦਾ ਹੈ। ਮੇਲਸ ਦੇ ਵਿੱਚ ਥੋੜਾ ਲੇਟ ਆਉਂਦਾ ਹੈ, ਅਰਾਊਂਡ 55-60 ਸਾਲ ਤੱਕ ਆਉਂਦਾ ਹੈ, ਪਰ ਇਹਦੀ ਸ਼ੁਰੂਆਤ ਆਮ ਤੌਰ 'ਤੇ 40-45 ਸਾਲ ਦੇ ਵਿੱਚ ਹੋ ਜਾਂਦੀ ਹੈ। ਇੱਦਾਂ ਹੀ ਅਗਰ ਸਪੋਰਟਸ ਇੰਜਰੀਜ਼ ਹੁੰਦੀ ਹੈ, ਯੰਗ ਬੱਚਿਆਂ ਵਿੱਚ ਸਪੋਰਟਸ ਇੰਜਰੀ ਹੁੰਦੀ ਹੈ ਔਰ ਉਹਦੀ ਕੇਅਰ ਨਾ ਕਰੀਏ ਤਾਂ ਇਹ ਵੀ ਆਉਣ ਵਾਲੇ ਟਾਈਮ ਵਿੱਚ ਇਹਨੂੰ ਅਰਥਰਾਈਟਿਸ ਹੋ ਸਕਦਾ ਹੈ। ਬਾਕੀ ਕਿਸੇ ਦੇ ਗੋਡੇ ਚੁਣਿਆ ਯੂਰਿਕ ਐਸਿਡ ਹੋ ਗਿਆ ਹੈ, ਅਗਰ ਉਹਦਾ ਕੰਟਰੋਲ ਨਾ ਕਰੀਏ ਤਾਂ ਉਹ ਵੀ ਅਰਥਰਾਈਟਿਸ ਦਾ ਇੱਕ ਕਾਰਨ ਹੈਗਾ। ਉੱਦਾਂ ਹੀ ਇਨਫੈਕਸ਼ਨ ਹੋ ਗਿਆ, ਜਿਹੜਾ ਗੋਡੇ ਜਾਂ ਚੁੱਲੇ ਕਿਸੇ ਵਿੱਚ ਵੀ ਪਸ ਪੈ ਜਾਂਦੀ ਹੈ, ਇਹ ਬਹੁਤ ਕਾਮਨ ਚੀਜ਼ ਹੈ। ਇਹਦੇ ਨਾਲ ਵੀ ਆਉਣ ਵਾਲੇ ਟਾਈਮ ਵਿੱਚ ਅਰਥਰਾਈਟਿਸ ਹੋ ਸਕਦਾ ਹੈ ਤੇ ਕਿਸੇ ਵੀ ਜੋੜ ਦੀ ਬਿਮਾਰੀ ਨੂੰ ਅਰਥਰਾਈਟਿਸ ਕਹਿੰਦੇ ਹਾਂ। ਅੱਛਾ, ਜਦੋਂ ਆਪਾਂ ਅਰਥਰਾਈਟਿਸ ਦੀ ਗੱਲ ਕਰਦੇ ਹਾਂ, ਤੁਸੀਂ ਕਹਿੰਦੇ ਗਠੀਆ ਵੀ ਹੁੰਦਾ ਹੈ ਜਿਹੜਾ ਕਿ ਯੰਗ ਏਜ ਦੇ ਵਿੱਚ ਹੋਣਾ ਵੀ ਸੰਭਾਵਿਤ ਹੈ। ਗਠੀਏ ਦੇ ਕਾਰਨ ਕੀ ਹੋ ਸਕਦਾ ਹੈ ਗਠੀਆ ਦਾ? ਦੇਖੋ, ਇਹਦਾ ਨਾ ਇਹ ਆਟੋਇਮਿਊਨ ਡਿਜ਼ੀਜ਼ ਹੁੰਦੀ ਹੈ ਗਠੀਆ। ਜਿਹਨੂੰ ਹੋਣਾ ਹੈ ਉਹਦੀ ਫੈਮਿਲੀ ਵਿੱਚ ਜੈਨੇਟਿਕ ਹੁੰਦਾ ਹੈ ਕਿ ਹੋਣਾ ਹੀ ਹੋਣਾ। ਕਈਆਂ ਦੇ ਵਿੱਚ ਜ਼ਰੂਰੀ ਨਹੀਂ ਹੈ, ਜਿੱਦਾਂ ਆਪਾਂ ਕਹਿੰਦੇ ਕਿ ਇੱਕ ਰੂਮੇਟਾਇਡ ਫੈਕਟਰ ਹੁੰਦਾ ਹੈ ਜਾਂ ਹੋਰ ਵੀ ਇੱਦਾਂ ਦੀ ਚੀਜ਼ਾਂ ਹੁੰਦੀਆਂ ਜਿਹੜੀ ਕਿਸੇ ਦੇ ਬਲੱਡ ਵਿੱਚ ਹੁੰਦੀ ਹੈ, ਉਹਨਾਂ ਵਿੱਚ ਇਹ ਹੋਣ ਦਾ ਚਾਂਸਿਸ ਬਹੁਤ ਜ਼ਿਆਦਾ ਹੁੰਦੇ ਆ। ਬਾਕੀ ਕਈਆਂ ਨੂੰ ਸਟ੍ਰੈਸ ਨਾਲ, ਬਿਮਾਰੀਆਂ ਨਾਲ ਇਹ ਜਿਹੜਾ ਅਰਥਰਾਈਟਿਸ ਹੈ ਕਿਸੇ ਨੂੰ ਵੀ ਹੋ ਸਕਦਾ। ਜਿੱਦਾਂ ਵਾਇਰਲ ਇਨਫੈਕਸ਼ਨ ਹੋ ਗਿਆ, ਉਹਦੇ ਨਾਲ ਵੀ ਅਰਥਰਾਈਟਿਸ ਅੱਗੇ ਆ ਸਕਦਾ ਹੈ। ਔਰ ਕਈ ਵਾਰੀ ਸਟ੍ਰੈਸ ਦੇ ਨਾਲ ਵੀ ਇਹ ਚੀਜ਼ਾਂ ਅੱਗੇ ਆ ਸਕਦੀਆਂ, ਪਰ ਇਹਦੀ ਇੱਕ ਫੈਮਿਲੀ ਹਿਸਟਰੀ ਵੀ ਹੋ ਸਕਦੀ ਹੈ ਜੀ। ਔਰ ਦੂਜਾ ਜਿਹੜਾ ਮੈਂ ਕਹਿ ਰਿਹਾ ਸੀ ਆਸਟੀਓਆਰਥਰਾਈਟਿਸ, ਉਹ ਏਜ ਦੇ ਨਾਲ ਰਿਲੇਟਡ ਹੈਗਾ। ਉਹਦੇ ਵਿੱਚ ਜਿੱਦਾਂ ਦਾ ਏਜ ਦੇ ਨਾਲ ਰਿਲੇਟਡ ਹੈ। ਬਾਕੀ ਉਹਦੇ ਵਿੱਚ ਕਈ ਵਾਰੀ ਜਿੱਦਾਂ ਸਾਡਾ ਵੇਟ ਜ਼ਿਆਦਾ ਹੈ, ਡਾਈਟ ਦਾ ਧਿਆਨ ਨਹੀਂ ਰੱਖ ਰਹੇ ਹਾਂ, ਆਪਾਂ ਓਵਰ ਸਟ੍ਰੈਸ ਦੇ ਰਹੇ ਹਾਂ ਆਪਣੇ ਜੁਆਇੰਟਸ ਤੋਂ ਜ਼ਿਆਦਾ ਕੰਮ ਲੈ ਰਹੇ ਹਾਂ, ਲੰਬੇ ਟਾਈਮ ਖੜੇ ਰਹਿ ਰਹੇ ਹਾਂ, ਤੇ ਉਹਨਾਂ ਨਾਲ ਵੀ ਇਹ ਆਸਟੀਓਆਰਥਰਾਈਟਿਸ ਹੋ ਸਕਦਾ ਹੈ। ਅੱਛਾ ਡਾਕਟਰ ਸਾਹਿਬ, ਇੱਕ ਗੱਲ ਕਿਹਾ ਜਾਂਦਾ ਕਿ ਵਿਮਨ ਦੇ ਵਿੱਚ ਬੋਨ ਡੈਂਸਿਟੀ 30 ਤੋਂ ਬਾਅਦ ਘਟ ਜਾਂਦੀ ਹੈ, ਤੇ ਬੋਨ ਡੈਂਸਿਟੀ ਘਟਣ ਦੇ ਕਰਕੇ ਵਿਮਨਸ ਦੇ ਵਿੱਚ ਆਰਥਰਾਈਟਿਸ ਦੇ ਜ਼ਿਆਦਾ ਖਤਰੇ ਹੁੰਦੇ ਨੇ। ਦੇਖੋ, ਜਿੱਦਾਂ ਏਜ ਵਧਣੀ ਹੈ, ਸਾਡੀ ਬੋਨ ਡੈਂਸਿਟੀ ਕਮ ਹੋਣੀ ਹੈਗੀ। ਖਾਸ ਕਰ ਫੀਮੇਲਸ ਵਿੱਚ ਜਦੋਂ ਮੀਨੋਪੌਜ਼ ਦੇ ਨੇੜੇ ਤੇੜੇ ਆਉਂਦੇ ਆ, ਉਹਨਾਂ ਵਿੱਚ ਬੋਨਸ ਦੀ ਡੈਂਸਿਟੀ ਕਮ ਹੁੰਦੀ ਹੈ। ਇਹ ਫੀਮੇਲਸ ਵਿੱਚ ਜ਼ਿਆਦਾ ਕਾਮਨ ਹੈ। ਤੇ ਅਰਾਊਂਡ 40s ਦੇ ਆਸ-ਪਾਸ ਦੇਖੇਗਾ ਕਿ ਬੋਨ ਡੈਂਸਿਟੀ ਤੁਹਾਡੀ ਕਮ ਹੋਣੀ ਸ਼ੁਰੂ ਹੋ ਜਾਂਦੀ ਹੈ। ਅਗਰ ਤੁਹਾਡੀ ਹੱਡੀਆਂ ਦੀ ਜਿਹੜਾ ਜਿਹਦੇ ਤੇ ਸਾਡਾ ਜੋੜ ਟਿਕਿਆ ਹੋਇਆ, ਕਾਰਟਿਲੇਜ ਟਿਕਿਆ ਹੋਇਆ, ਅਗਰ ਉਹ ਤੁਹਾਡੀ ਸਪੋਰਟਿੰਗ ਸਟਰਕਚਰ ਹੀ ਠੀਕ ਨਹੀਂ ਹੋਣਗੇ ਤਾਂ ਨੈਚੁਰਲੀ ਤੁਹਾਡੇ ਜੋੜ ਜਿਹੜੇ ਆ ਜਲਦੀ ਘਸਣਗੇ। ਅੱਛਾ, ਡਾਈਟ ਕੀ ਹੋ ਸਕਦੀ ਹੈ? ਜਦੋਂ ਅਸੀਂ ਕਹਿੰਦੇ ਹਾਂ ਕਿ ਇਹਨਾਂ ਦੇ ਪ੍ਰੀਕਾਸ਼ਨ ਕੀ ਹੋ ਸਕਦੇ ਨੇ? ਇੱਕ ਡਾਈਟ ਵੀ ਪ੍ਰੀਕਾਸ਼ਨ ਹੈ, ਕਿਉਂਕਿ ਮੈਂ ਬਹੁਤ ਵਾਰ ਜਦੋਂ ਗੱਲ ਕਰਦਾ ਡਾਕਟਰਸ ਦੇ ਨਾਲ ਤੇ ਉਹ ਕਹਿੰਦੇ ਨੇ ਕਿ ਬਹੁਤ ਸਾਰੀਆਂ ਚੀਜ਼ਾਂ ਤਾਂ ਤੁਹਾਡੀ ਡਾਈਟ ਨਾਲ ਕੰਟਰੋਲ ਹੋ ਸਕਦੀਆਂ, ਪਰ ਇਸ ਤੋਂ ਇਲਾਵਾ ਕਿਹੜੇ ਪ੍ਰੀਕਾਸ਼ਨ ਨੇ ਜਿਸ ਤੋਂ ਵਰਤ ਕੇ ਆਰਥਰਾਈਟਿਸ ਤੋਂ ਬਚਿਆ ਜਾ ਸਕਦਾ ਹੈ? ਦੇਖੋ, ਕਿਹਾ ਗਿਆ ਹੈ ਕਿ ਅਗਰ ਤੁਸੀਂ ਬਚਪਨ ਵਿੱਚ ਹੀ ਆਪਣੀ ਹੱਡੀਆਂ ਦਾ ਖਿਆਲ ਰੱਖੋ, ਇੱਕ ਬੇਸ ਤੁਹਾਡਾ ਸਟਰੋਂਗ ਹੋਏ,
ਤਾਂ ਫਿਰ ਉਹੀ ਬੇਸ ਤੁਹਾਨੂੰ ਆਉਣ ਵਾਲੇ ਜਿੱਦਾਂ ਤੁਸੀਂ 올ਡ ਏਜ ਵਿੱਚ ਜਾਂਦੇ ਹੋ 40-50s ਦੇ ਨੇੜੇ ਤੇੜੇ ਜਾਣਾ ਸ਼ੁਰੂ ਕਰਦੇ ਹੋ, ਅਗਰ ਤੁਹਾਡੀ ਬਚਪਨ ਤੋਂ ਹੀ ਹੱਡੀਆਂ ਸਟਰੋਂਗ ਹੈ, ਤੁਸੀਂ ਰੈਗੂਲਰ ਐਕਸਰਸਾਈਜ਼ ਕੀਤੀ ਹੈ, ਡਾਈਟ ਅੱਛੀ ਰੱਖੀ ਹੈ, ਤੁਹਾਡਾ weight ਜ਼ਿਆਦਾ ਨਹੀਂ ਹੈ, ਤੁਸੀਂ ਪ੍ਰੀਕਾਸ਼ਨਸ ਲੈ ਰਹੇ ਹੋ, ਐਕਸਰਸਾਈਜ਼ ਕਰ ਰਹੇ ਹੋ, ਇਹ ਤੁਹਾਡਾ ਹੈਲਪਫੁਲ ਫਿਰ 올ਡ ਏਜ ਵਿੱਚ ਹੈਲਪਫੁਲ ਹੁੰਦਾ ਹੈ ਤੁਹਾਨੂੰ। ਤਦੇ ਕਹਿੰਦੇ ਆਪਣਾ weight ਕਮ ਕਰੋ, weight ਨੂੰ ਜ਼ਿਆਦਾ ਨਾ ਵਧਣ ਦਿਓ, ਐਕਸਰਸਾਈਜ਼ ਰੈਗੂਲਰ ਕਰੋ। ਹੈਲਦੀ ਡਾਈਟ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਮਤਲਬ ਬਹੁਤ ਤੁਸੀਂ ਸਭ ਕੁਝ ਖਾਓ, ਪਰ ਇੱਕ ਲਿਮਿਟਡ ਇੱਕ ਬੈਲੈਂਸਡ ਫੂਡ ਖਾਓ। ਉਹ ਤੁਹਾਡੀ ਪ੍ਰੋਟੀਨਸ ਵੀ ਹੋਣੀ ਚਾਹੀਦੀ, ਵਿਟਾਮਿਨਸ ਵੀ ਹੋਣੀ ਚਾਹੀਦੀ, ਤੁਹਾਡਾ ਕੈਲਸ਼ੀਅਮ ਵੀ ਹੋਣਾ ਚਾਹੀਦਾ। ਇਹ ਸਾਰੀ ਚੀਜ਼ਾਂ ਇੱਕ ਬੈਲੈਂਸ ਡਾਈਟ ਨਾਲ ਹੋਣੀ ਚਾਹੀਦੀ। ਅੱਜ ਕੱਲ੍ਹ ਦੇਖਿਆ ਗਿਆ ਬੱਚਿਆਂ ਦਾ ਕੀ ਹੁੰਦਾ ਹੈ ਕਿ ਫਾਸਟ ਫੂਡ ਬਹੁਤ ਜ਼ਿਆਦਾ ਖਾਂਦੇ, ਫਾਸਟ ਫੂਡ ਜ਼ਿਆਦਾ ਖਾਂਦੇ ਆ, ਘਰ ਬੈਠੇ ਰਹਿੰਦੇ ਆ, ਕੋਈ ਐਕਟੀਵਿਟੀ ਹੈ ਨਹੀਂ ਹੈ, ਕੋਈ ਸਨ ਐਕਸਪੋਜਰ ਨਹੀਂ ਹੈ। ਇਹ ਸਾਰੀ ਚੀਜ਼ਾਂ ਜਿਹੜੀਆਂ ਇੱਕ ਲੈ ਕੇ ਬੱਚਿਆਂ ਵਿੱਚ ਅਗਰ ਸਨ ਐਕਸਪੋਜਰ ਨਾ ਹੋਏ, ਵਿਟਾਮਿਨ ਡੀ ਦੀ ਕਮੀ ਹੋ ਜਾਂਦੀ ਹੈ, ਆਸਟੋਮਲੇਸ਼ੀਆ ਹੋ ਜਾਂਦਾ ਹੈ। ਇਹੀ ਅਗਰ ਆਪਾਂ ओल्ड एज जाए तो उन्होंने ऑस्टोपीनिया हो जाता है। और डाइट भी फास्ट फूड, जितने भी फास्ट फूड है, जितने साढ़े कोल्ड ड्रिंक्स है, जिन्हें ब्रेवरेज हैगी, वो जितने भी कोल्ड ड्रिंक्स है ये साढ़े अल्टीमेटली बोन्स को वीक करते हैं। स्मोकिंग होगी, एल्कोहल इनटेक हो गया, अगर किसी ने कोई रेगुलर एल्कोहल इनटेक ले रहा और स्मोकिंग कर रहा है, ये सारी चीज़ां जिहड़ी है सारी हड्डियां नूं बहुत वीक कर देंदी है। हड्डियां नूं तो वीक करती है कि बाकी ਉਹਦੀ एक हीलिंग कैपेसिटी भी ਵੂੰਡ ਦੀ ਜ਼ਖਮ ਦੀ ਹੀਲਿੰਗ ਕੈਪੈਸਿਟੀ ਨੂੰ ਵੀ ਇਹ ਕਮ ਕਰਦੀ ਹੈ। ਜੀ ਡਾਕਟਰ ਸਾਹਿਬ, ਕੈਫੀਨ ਕਿਉਂਕਿ ਤੁਸੀਂ ਅਲਕੋਹਲ ਦੀ ਗੱਲ ਕਰ ਲਈ, ਬਿਵਰੇਜ ਦੀ ਗੱਲ ਕਰ ਲਈ ਹੈ ਨਾ, ਤੇ ਕੈਫੀਨ ਵੀ ਕੁਝ ਨੁਕਸਾਨ ਕਰਦਾ? ਇਤਨਾ ਰੋਲ ਨਹੀਂ ਅਗਰ ਲਿਮਿਟ ਵਿੱਚ ਕੀਤਾ ਜਾਏ। ਕੈਫੀਨ ਚਾਹ ਦਾ ਕੋਈ ਇਦਾਂ ਦਾ ਕੋਈ ਸਾਈਡ ਇਫੈਕਟਸ ਨਹੀਂ ਹੈਗੇ, ਪਰ ਕੋਈ ਵੀ ਦੇਖੋ ਓਵਰ ਐਡਿਕਸ਼ਨ ਕਿਸੇ ਵੀ ਚੀਜ਼ ਦੀ ਗਲਤ ਹੈਗੀ ਹੈ। ਕੋਈ ਵੀ ਚੀਜ਼ ਤੁਸੀਂ ਲੈ ਲਓ, ਪਰ ਐਜ਼ ਸੱਚ ਕੋਈ ਕੈਫੀਨ ਦਾ ਇਹਦੇ ਵਿੱਚ, ਤੁਸੀਂ ਕਾਫੀ ਦੀ ਗੱਲ ਕਰ ਰਹੇ ਆ, ਉਹਦਾ ਕੋਈ ਐਜ਼ ਸੱਚ ਕੋਈ ਨੈਗੇਟਿਵ ਇੰਪੈਕਟ ਨਹੀਂ ਹੈਗਾ ਬੋਨਸ ਔਰ ਇਹਦੇ ਵਿੱਚ, ਪਰ ਫਿਰ ਵੀ ਲਿਮਿਟ ਵਿੱਚ ਲੈਣੀ ਚਾਹੀਦੀ ਹੈ ਚੀਜ਼। ਜੀ ਚਲੋ ਇਹ ਤਾਂ ਡਾਈਟ ਦੀ ਗੱਲ ਹੋ ਗਈ। ਅੱਛਾ, ਬਹੁਤ ਵਾਰ ਲੋਕ ਕਹਿੰਦੇ ਕਿ ਜੇ ਤੁਸੀਂ ਹਾਈ ਪ੍ਰੋਟੀਨ ਲੈਂਦੇ ਹੋ ਜਾਂ ਕੈਲਸ਼ੀਅਮ ਜ਼ਿਆਦਾ ਲੈਂਦੇ ਹੋ ਤਾਂ ਤੁਹਾਨੂੰ ਬੋਨਸ ਦਾ ਨੁਕਸਾਨ ਨਹੀਂ ਹੁੰਦਾ, ਜਾਂ ਨਹੀਂ, ਇਹ ਮਿਥ ਹੈ? ਨਹੀਂ, ਦੇਖੋ ਬੋਡੀ ਨੂੰ ਰਿਕੁਆਇਰਮੈਂਟ ਇੱਕ ਕੈਲਸ਼ੀਅਮ ਦੀ ਪਰਟੀਕੂਲਰ ਡੇਲੀ ਰਿਕੁਆਇਰਮੈਂਟ ਚਾਹੀਦੀ, ਚਾਹੇ ਉਹ ਮੇਲ ਹੋਏ ਚਾਹੇ ਫੀਮੇਲ ਹੋ। ਉਹਦੇ ਵਿੱਚ ਆਪਾਂ ਨੂੰ ਡਾਈਟ ਤੋਂ ਸਾਨੂੰ ਉਤਨੀ ਰਿਕੁਆਇਰਮੈਂਟ ਮਿਲਣੀ ਚਾਹੀਦੀ। ਅਗਰ ਓਵਰ ਲੈ ਵੀ ਲੈਂਦੇ ਆ ਤਾਂ ਕੁਝ ਬਿਮਾਰੀ ਹੁੰਦੀ ਜਿਹਦੇ ਵਿੱਚ ਸਾਨੂੰ ਜ਼ਿਆਦਾ ਕੈਲਸ਼ੀਅਮ ਨਹੀਂ ਲੈਣੀ ਚਾਹੀਦੀ, ਪਰ ਜ਼ਿਆਦਾਤਰ ਬਿਮਾਰੀ ਵਿੱਚ ਇਦਾਂ ਦਾ ਕੁਝ ਨਹੀਂ ਆ। ਵਿਟਾਮਿਨ ਡੀ ਦੀ ਓਵਰ ਟੌਕਸਿਸਿਟੀ ਹੋ ਸਕਦੀ ਹੈ। ਵਿਟਾਮਿਨ ਡੀ ਅਗਰ ਜ਼ਿਆਦਾ ਮਾਤਰਾ ਵਿੱਚ ਲੈ ਲਈਏ ਤਾਂ ਟੌਕਸਿਸਿਟੀ ਹੋ ਸਕਦੀ ਹੈ। ਇੱਦਾਂ ਹੀ ਕੁਝ ਮਿਨਰਲਸ ਹੈਗੇ ਜਿਨ੍ਹਾਂ ਦੀ ਓਵਰ ਟੌਕਸਿਸਿਟੀ ਹੋ ਸਕਦੀ ਹੈ, ਪਰ ਰੂਟੀਨ ਵਿੱਚ ਅਗਰ ਇੱਕ ਬੰਦਾ ਇੱਕ ਬੈਲੈਂਸ ਡਾਈਟ ਲੇ, ਅੱਛੀ ਡਾਈਟ ਲੇ, ਤਾਂ ਇੱਦਾਂ ਦੀ ਕੋਈ ਟੌਕਸਿਸਿਟੀ ਦੀ ਕੋਈ ਪ੍ਰੋਬਲਮ ਨਹੀਂ ਹੈ। ਜੀ ਅੱਛਾ, ਜਦੋਂ ਤੁਸੀਂ ਗਠੀਏ ਦੀ ਗੱਲ ਕਰਦੇ ਆ ਤੇ ਗਠੀਆ ਜਿਹੜਾ ਹੈ ਉਹਦਾ ਇਲਾਜ ਕੀ ਹੈ? ਉਹਨੂੰ ਕਿਵੇਂ ਤੁਸੀਂ ਟ੍ਰੀਟ ਕਰਦੇ ਹੋ ਔਰ ਕਿੰਨੇ ਚਿਰ ਟ੍ਰੀਟ ਹੋ ਜਾਂਦਾ ਹੈ? ਦੇਖੋ, ਜਿੱਦਾਂ ਮੈਂ ਕਹਿ ਰਿਹਾ ਸੀ, ਗਠੀਆ ਜੋੜਾਂ ਦਾ ਦਰਦ ਕਈ ਤਰ੍ਹਾਂ ਦਾ ਹੁੰਦਾ ਹੈ। ਹੁਣ ਆਪਾਂ ਰੂਮੇਟਾਇਡ ਅਰਥਰਾਈਟਿਸ ਤੇ ਆ ਜਾਏ, ਜਿਹੜਾ ਕਿ ਤੁਸੀਂ ਦੇਖਿਆ ਹੋਣਾ ਜੋੜ ਟੇਢੇ ਹੋਣੇ ਸ਼ੁਰੂ ਹੋ ਜਾਂਦੇ ਆ, ਹੱਥਾਂ ਦੇ ਜੋੜ ਟੇਢੇ ਹੋਣੇ ਸ਼ੁਰੂ ਹੋ ਜਾਂਦੇ ਆ, ਗੋਡੇ ਬਿਲਕੁਲ ਡਿਫਾਰਮਡ ਹੋ ਜਾਂਦੇ ਆ, ਤੁਰਿਆ ਵੀ ਨਹੀਂ ਜਾਂਦਾ, ਪਰ ਇਹ ਜ਼ਿਆਦਾਤਰ ਯੰਗ ਏਜ ਵਿੱਚ ਹੁੰਦਾ ਹੈ। ਇਸ ਬਿਮਾਰੀ ਦਾ ਅੱਜ ਦੀ ਡੇਟ ਵਿੱਚ ਇਲਾਜ ਹੈਗਾ। ਅਗਰ ਇਸ ਬਿਮਾਰੀ ਨੂੰ ਆਪਾਂ ਟਾਈਮ ਤੇ ਪਕੜ ਲਈਏ, ਅਗਰ ਤੁਹਾਨੂੰ ਲੱਗੇ, ਕਿਸੇ ਨੂੰ ਵੀ ਲੱਗੇ ਕਿ ਸਿੰਪਟਮਸ ਆ ਰਹੇ ਆ, ਜੋੜਾਂ ਦਾ ਦਰਦ ਹੋ ਰਿਹਾ, ਸਵੇਰ ਉੱਠ ਕੇ ਜਿਹੜਾ ਹੁੰਦਾ ਜੋੜ ਅਕੜ ਜਾਂਦੇ ਆ, ਸਟਿਫਨੈਸ ਹੋ ਜਾਂਦੀ ਹੈ, ਤੁਰਿਆ ਨਹੀਂ ਜਾਂਦਾ, ਜੋੜਾਂ ਤੋਂ ਕੜਕੜ ਦੀ ਆਵਾਜ਼ ਆਉਂਦੀ ਹੈ, ਔਰ ਤੁਹਾਡੇ ਜੋੜ ਟੇਢੇ ਮੇਢੇ ਹੋ ਰਹੇ ਹੈ, ਸੋਜਿਸ਼ ਹੋ ਰਹੀ ਹੈ, ਲਾਲੀਪਨ ਆ ਰਿਹਾ ਹੈ, ਅਗਰ ਕੋਈ ਇੱਦਾਂ ਦਾ ਸਿੰਪਟਮਸ ਹੋਏ ਤਾਂ ਤੁਰੰਤ ਆਪਣੇ ਡਾਕਟਰ ਕੋਲ ਜਾਓ। ਅੱਜ ਕੱਲ੍ਹ ਹਰੇਕ ਚੀਜ਼ ਦਾ ਟ੍ਰੀਟਮੈਂਟ ਹੈ, ਔਰ ਬਲਕਿ ਅਗਰ ਟਾਈਮ ਤੇ ਟ੍ਰੀਟਮੈਂਟ ਕਰ ਜਾਏ, ਸਾਡੇ ਜੋੜ ਜਿਹੜੇ ਹੈ ਉਹ ਖਰਾਬ ਹੋਣ ਤੋਂ ਬਚ ਸਕਦੇ ਆ। ਫਿਰ ਅੱਜ ਜਿੱਦਾਂ ਏਜ ਨਾਲ ਰਿਲੇਟਿਡ ਆਸਟੀਓਆਰਥਰਾਈਟਿਸ ਹੁੰਦਾ, ਜਿਹਨੂੰ ਆਪਾਂ ਕਹਿੰਦੇ ਜੋੜ ਘਸ ਜਾਂਦੇ ਆ, ਇਹਦਾ ਵੀ ਅਗਰ ਅਰਲੀ ਸਟੇਜ ਵਿੱਚ ਇਹਨੂੰ ਪਕੜ ਲਿੱਤਾ ਜਾਏ, ਫਸਟ ਜਾਂ ਸੈਕੰਡ ਸਟੇਜ ਵਿੱਚ, ਤਾਂ ਸਾਡੀ ਉਹ ਲਾਸਟ ਸਟੇਜ ਦੇ ਜਿਹਦੇ ਵਿੱਚ ਲੋੜ ਪੈਂਦੀ ਹੈ ਨੀ ਰਿਪਲੇਸਮੈਂਟ ਦੀ ਜਾਂ ਜੁਆਇੰਟ ਰਿਪਲੇਸਮੈਂਟ ਦੀ, ਇਸ ਤੋਂ ਬਚਿਆ ਜਾ ਸਕਦਾ ਹੈ। ਅੱਜ ਕੱਲ੍ਹ ਮੈਡੀਸਿਨਸ ਆ ਗਈਆਂ, ਐਕਸਰਸਾਈਜ਼ ਹੈਗੀ ਹੈ, ਤੁਸੀਂ weight ਕਮ ਕਰ ਸਕਦੇ ਹੋ, ਆਪਣਾ ਤੁਸੀਂ ਰੈਗੂਲਰ ਫਿਜ਼ੀਓਥੈਰੇਪੀ ਕਰਾ ਸਕਦੇ ਹੋ। ਇਹ ਸਭ ਚੀਜ਼ਾਂ ਜਿਹੜੀ ਹੈ ਹੈਲਪ ਕਰ ਸਕਦੀ ਹੈ ਤੁਹਾਡੀ ਜੁਆਇੰਟ ਨੂੰ ਇੱਕ ਲੰਬੇ ਲਾਈਫ ਦੇ। ਜਦੋਂ ਆਪਾਂ ਡਾਕਟਰ ਸਾਹਿਬ ਦੂਸਰੀ ਗੱਲ ਕਹਿੰਦੇ ਆ ਕਿ ਅੱਜ ਕੱਲ੍ਹ ਜਦੋਂ ਬਹੁਤੇ ਲੋਕ ਜਿਹੜੇ ਨੇ ਉਹ ਆਰਥੋਪੈਡਿਕ ਨਾਲ ਜਾਂਦੇ, ਐਕਸਪਰਟਸ ਕੋਲ ਜਾਂਦੇ, ਉਹ ਕਹਿੰਦੇ ਕਿ ਤੁਹਾਡੇ ਗੋਡੇ 'ਚ ਗੈਪ ਆ ਗਿਆ ਹੈ, ਔਰ ਇਹ ਗੈਪ ਕੀ ਹੈ ਔਰ ਕੀ ਇਹਦਾ ਇਲਾਜ ਹੈ, ਜਾਂ ਫਿਰ ਇਹਦੀ ਸਰਜਰੀ ਕਰਨੀ ਪੈਂਦੀ, ਸਾਡੇ ਕੋਲ ਆਪਸ਼ਨ ਹੈ, ਜਾਂ ਸਰਜਰੀ ਤੋਂ ਬਿਨਾਂ ਵੀ ਇਹ ਕਿ ਇਹ ਗੈਪ ਹੈ ਕੀ ਹੈ, ਗੈਪ ਹੁੰਦਾ ਕੀ ਹੈ, ਲੋਕ ਇਹੀ ਕਨਫਿਊਜ਼ ਹੁੰਦੇ। ਕੋਈ ਕਹਿੰਦਾ ਗੈਪ ਕਮ ਹੋ ਗਿਆ, ਜ਼ਿਆਦਾ ਹੋ ਗਿਆ। ਇਹ ਸਾਡਾ ਦੇਖੋ ਜੋੜ ਹੈ, ਮੈਂ ਤੁਹਾਨੂੰ ਇੱਕ ਬੇਸਿਕ ਲੇਮਨ ਤਰੀਕੇ ਵਿੱਚ ਦੱਸਦਾ। ਇਹ ਸਾਡਾ ਜੋੜ ਹੁੰਦਾ ਹੈ, ਜੋ ਠੀਕ ਹੈ, ਇਹਦੇ ਵਿੱਚ 3 ਚੀਜ਼ਾਂ ਹੁੰਦੀਆਂ, ਤੁਸੀਂ ਦੇਖ ਰਹੇ ਹੋ। ਇਹ ਜਿਹੜਾ ਬਲੂ ਕਲਰ ਦਾ ਦਿਖ ਰਿਹਾ, ਇਹ ਕਾਟਲੇਜ ਕਹਿੰਦੇ ਇਹਨੂੰ। ਇਹਦੇ ਵਿੱਚ ਝਿੱਲੀ ਹੁੰਦੀ ਹੈ, ਫਿਰ ਇੱਕ ਜੋੜ ਦਾ ਕਵਰ ਹੁੰਦਾ ਕਾਟਲੇਜ। ਅਗਰ ਇਹ ਜੋੜ ਦਾ ਕਵਰ ਨਿਕਲ ਜਾਏ, ਖਤਮ ਹੋ ਜਾਏ, ਜਿਹੜੀ ਕਿ ਏਜ ਨਾਲ ਜਿਹਨੂੰ ਜੋੜ ਘਸਣਾ ਸ਼ੁਰੂ ਕਰ ਦਿੰਦੇ ਆ, ਇਹ ਵਿੱਚ ਦੀ ਝਿੱਲੀ ਜਿਹੜੀ ਹੁੰਦੀ ਹੈ ਇਹ ਵੀ ਖਰਾਬ ਹੋ ਜਾਏ, ਔਰ ਇਹ ਉੱਪਰ ਦਾ ਇਹਦਾ ਕਵਰ ਵੀ ਖਰਾਬ ਹੋ ਜਾਏ, ਜਿਹੜਾ 2 ਹੱਡੀਆਂ ਦੇ ਵਿੱਚ ਕਵਰ ਹੁੰਦਾ ਹੈ। ਇਹਨੂੰ ਅਗਰ ਇਹ ਬਿਲਕੁਲ ਨਾਲ ਲੱਗਣਾ ਸ਼ੁਰੂ ਹੋਇਆ, ਤੁਸੀਂ ਇੱਥੇ ਦੇਖੋ, ਇੱਥੇ ਦੇਖ ਰਹੇ ਹੋ, ਜਿਹੜੀ ਕਿ ਫਸਟ ਸਟੇਜ ਹੈ। ਇਹ ਸੈਕੰਡ ਸਟੇਜ ਵਿੱਚ ਜੋੜ ਦਾ ਕਵਰ ਖਤਮ ਹੋਣਾ ਸ਼ੁਰੂ ਹੋ ਗਿਆ। ਇਹ ਥਰਡ ਸਟੇਜ ਵਿੱਚ
ਹੋਰ ਜ਼ਿਆਦਾ ਕਵਰ ਖਤਮ ਹੋ ਗਿਆ। ਚੌਥੀ ਸਟੇਜ ਵਿੱਚ ਹੱਡੀ ਬਿਲਕੁਲ ਨੰਗੀ ਹੋ ਗਈ ਹੈ ਤੇ ਉੱਪਰ ਦੀ ਤੇ ਨੀਚੇ ਦੀ ਹੱਡੀ ਜਿਹੜੀ ਨਾਲ ਚਿਪਕ ਗਈ ਹੈ ਔਰ ਨਾਲ ਟੇਢੀ ਵੀ ਹੋ ਗਈ ਹੈ ਨਾ, ਤੁਸੀਂ ਦੇਖ ਰਹੇ ਹੋ ਇਹਨੂੰ ਟੇਢੀ ਹੋ ਗਈ ਹੈ। ਅਗਰ ਇਹਨੂੰ ਕਹਿੰਦੇ ਆ ਗੈਪ ਕਮ ਹੋਣਾ, ਗੋਡੇ ਦੇ ਵਿੱਚ ਗੈਪ ਕਮ ਹੋ ਗਿਆ, ਇਹ ਹੱਡੀ ਆਪਸ ਵਿੱਚ ਰਗੜ ਖਾ ਰਹੀ ਹੈ ਹੁਣ ਉੱਪਰ ਦੀ ਤੇ ਨੀਚੇ। ਜਿਹੜਾ ਇਹਦੇ ਵਿੱਚ ਕੁਸ਼ਨ ਸੀਗਾ, ਜਿਹੜਾ ਕੁਸ਼ਨਿੰਗ ਹੁੰਦੀ ਸੀ, ਦੋ ਹੱਡੀਆਂ ਆਪਸ ਵਿੱਚ ਟਕਰਾਉਂਦੀ ਨਹੀਂ ਸੀਗੀ, ਇਹ ਆਪਸ ਵਿੱਚ ਟੱਚ ਕਰਨੀ ਸ਼ੁਰੂ, ਜਦੋਂ ਆਪਸ ਵਿੱਚ ਟੱਚ ਕਰਨਗੇ ਅੰਦਰ ਜ਼ਖਮ ਹੋਣਗੇ, ਜਿੱਦਾਂ ਕੋਈ ਪੇਸ਼ੈਂਟ ਚਲੇਗਾ, ਮਰੀਜ਼ ਚਲੇਗਾ, ਹੱਡੀ ਰਗੜ ਖਾਏਗੀ ਤੇ ਉਹਨੂੰ ਦਰਦ ਹੋਏਗਾ ਜੀ। ਤੇ ਇਹ ਲਾਸਟ ਸਟੇਜ ਹੁੰਦੀ ਹੈ। ਲਾਸਟ ਸਟੇਜ ਵਿੱਚ ਅਗਰ ਗੋਡਾ ਤੁਹਾਡਾ ਪਹੁੰਚ ਜਾਏ ਤੇ ਉਹਦੇ ਬਾਅਦ ਇਹਦਾ ਟ੍ਰੀਟਮੈਂਟ ਸਿਰਫ ਨੀ ਰਿਪਲੇਸਮੈਂਟ ਹੈਗਾ ਜੀ, ਜਾਂ ਗੋਡਾ ਬਦਲਣਾ ਹੈਗਾ, ਜਿਹਨੂੰ ਕਹਿੰਦੇ ਆ ਆਰਟੀਫਿਸ਼ੀਅਲ ਗੋਡਾ ਇਹਦੇ ਵਿੱਚ ਪਾਉਣਾ ਚਾਹੀਦਾ। ਪਰ ਅਗਰ ਆਪਾਂ ਇਸੀ ਸਟੇਜ ਜਾਂ ਇਸ ਸਟੇਜ ਵਿੱਚ ਪਹਿਲੇ ਗੋਡੇ ਨੂੰ ਅਗਰ ਪਕੜ ਲਈਏ, ਇਹਨੂੰ ਟ੍ਰੀਟਮੈਂਟ ਇਸ ਸਟੇਜ ਜਾਂ ਇਸ ਸਟੇਜ ਵਿੱਚ ਸ਼ੁਰੂ ਹੋ ਜਾਏ ਤੇ ਫਿਰ ਇਸ ਸਟੇਜ ਦੀ ਲੋੜ ਹੀ ਨਹੀਂ ਪੈਂਦੀ ਹੈ, ਸਾਨੂੰ ਇੱਥੇ ਤੱਕ ਪਹੁੰਚਣ ਤੋਂ ਰੋਕਿਆ ਜਾ ਸਕਦਾ ਹੈ। ਬਾਕੀ ਤੁਸੀਂ, ਤੁਹਾਡਾ ਦੂਜਾ ਕੁਐਸਚਨ ਸੀਗਾ ਕਿ ਨੀ ਰਿਪਲੇਸਮੈਂਟ ਤੋਂ ਇਲਾਵਾ ਕੋਈ ਹੋਰ ਟ੍ਰੀਟਮੈਂਟ ਵੀ ਹੈਗਾ। ਬਿਲਕੁਲ ਹੈਗਾ ਟ੍ਰੀਟਮੈਂਟ। ਜਿੱਦਾਂ ਯੰਗ ਪੇਸ਼ੈਂਟ ਆਉਂਦੇ ਆ ਸਾਡੇ ਕੋਲ, ਜਿਨ੍ਹਾਂ ਦੇ ਗੋਡੇ ਟੇਢੇ ਹੋਣੇ ਸ਼ੁਰੂ ਹੋ ਜਾਂਦੇ ਆ, ਡਿਫਾਰਮਡ ਹੁੰਦੇ ਆ, ਸਾਡਾ ਗੋਡੇ ਦੀ ਅਲਾਈਨਮੈਂਟ ਹੁੰਦੀ ਹੈ ਬਿਲਕੁਲ ਸਟ੍ਰੇਟ ਹੁੰਦੇ ਆ। ਅਗਰ ਇਹੀ ਗੋਡੇ ਸਾਡੇ ਇੱਥੇ ਦੇਖ ਲਓ, ਅਗਰ ਟੇਢੇ ਹੋਣੇ ਸ਼ੁਰੂ ਹੋ ਜਾਂਦੇ ਆ, ਕਈਆਂ ਦੇਖੋ ਨਾ ਤੁਸੀਂ, ਟੇਢੇ ਹੁੰਦੇ ਆ, ਗੋਡੇ ਅੰਦਰ ਨੂੰ ਹੋ ਜਾਂਦੇ ਆ। ਅਗਰ ਇਹੀ ਪੇਸ਼ੈਂਟ ਸਾਡੇ ਕੋਲ ਯੰਗ ਏਜ ਵਿੱਚ ਆਉਂਦੇ ਆ ਤੇ ਇੱਕ ਪ੍ਰੋਸੀਜਰ ਹੁੰਦਾ ਜਿਹਦੇ ਵਿੱਚ ਹੱਡੀ ਦੇ ਆਪਾਂ ਅਲਾਈਨਮੈਂਟ ਸਿੱਧੀ ਕਰ ਦਿੰਦੇ ਆ, ਉਹਨੂੰ ਕਹਿੰਦੇ ਆ ਹਾਈ ਟਿਬੀਅਲ ਆਸਟੀਓਟਮੀ। ਇਹ ਜਿਹੜੇ ਪ੍ਰੋਸੀਜਰ ਹੈ, ਯੰਗ ਪੇਸ਼ੈਂਟ ਜਿਹਨੂੰ ਆਪਾਂ ਕਹਿੰਦੇ ਆ ਕਿ ਗੋਡੇ ਹਲੇ ਨਹੀਂ ਬਦਲਨੇ ਇਹਨਾਂ ਨੂੰ, ਇਹਨਾਂ ਦੇ ਆਪਣੇ ਗੋਡੇ ਬਚਾਈਏ, ਜਿੰਨੀ ਦੇਰ ਚੱਲ ਸਕਦੇ ਆ ਇਹਨਾਂ ਦਾ ਚਲਾਈਏ, ਉਹਦੇ 'ਚ ਇਹ ਪ੍ਰੋਸੀਜਰ ਹੁੰਦਾ ਹੈ ਅਲਾਈਨਮੈਂਟ ਸਿੱਧੀ ਕਰਨ ਦਾ। ਤੁਸੀਂ ਗੱਡੀ ਦੇ ਟਾਇਰ ਦੇਖੇ ਹੋਣੇ, ਅਲਾਈਨਮੈਂਟ ਠੀਕ ਨਾ ਇੱਕ ਤਰਫ ਤੋਂ ਘਸਨੇ ਸ਼ੁਰੂ ਹੁੰਦੇ ਆ। ਇੱਦਾਂ ਅਗਰ ਬਾਡੀ ਦੀ ਅਲਾਈਨਮੈਂਟ ਠੀਕ ਨਾ ਹੈ ਤਾਂ ਸਾਡੇ ਜੋੜ ਜਿਹੜੇ ਇੱਕ ਤਰਫ ਤੋਂ ਘਸਨੇ ਸ਼ੁਰੂ ਹੁੰਦੇ, ਉਹਨੂੰ ਠੀਕ ਕਰਨ ਨੂੰ ਇੱਕ ਪ੍ਰੋਸੈਸ ਹੁੰਦਾ ਹਾਈ ਟਿਬੀਅਲ ਆਸਟੀਓਟਮੀ। ਉਹ ਪ੍ਰੋਸੀਜਰ ਹੈਗਾ। ਦੂਜਾ ਪ੍ਰੋਸੀਜਰ ਹੈਗਾ ਦੂਰਬੀਨ ਨਾਲ ਸਰਜਰੀ, ਜਿਹੜੀ ਸਾਡੀ ਝਿੱਲੀ ਫਟ ਜਾਂਦੀ ਹੈ ਅੰਦਰ, ਜਾਂ ਸਾਡੇ ਕੋਲ ਜੋੜ ਦੇ ਵਿੱਚ ਲੂਜ਼ ਬਾਡੀਜ਼ ਬਣ ਜਾਂਦੀਆਂ, ਕੜਕੜ ਕਰਨੇ ਸ਼ੁਰੂ ਕਰ ਜਾਂਦੇ, ਤਾਂ ਉਹ ਦੂਰਬੀਨ ਦੇ ਨਾਲ ਵੀ ਉਹਨੂੰ ਠੀਕ ਕੀਤਾ ਜਾ ਸਕਦਾ ਹੈ। ਅੱਜ ਕੱਲ੍ਹ ਕੁਝ ਇੰਜੈਕਸ਼ਨਸ ਵੀ ਹੈਗੇ ਜਿਹੜੇ, ਜਿਹਨੂੰ ਆਪਾਂ ਲੇਮੈਨ ਵਿੱਚ ਕਹਿ ਸਕਦੇ ਕਿ ਗਰੀਜ਼ ਇੰਜੈਕਸ਼ਨ ਹੈਗੇ ਆ, ਉਹ ਇੰਜੈਕਸ਼ਨਸ ਵੀ ਆ ਗਏ ਆ। ਉਹ ਵੀ ਅਰਲੀ ਸਟੇਜ ਵਿੱਚ ਸਕਸੈਸਫੁਲ ਹੈਗੇ, ਪਰ ਅਗਰ ਐਡਵਾਂਸ ਸਟੇਜ ਵਿੱਚ ਲਗਾਓ ਤਾਂ ਉਹਦੀ ਸਕਸੈਸਫੁਲ ਨਹੀਂ ਹੈ। ਇਹ ਸਭ ਚੀਜ਼ਾਂ ਹੈਗੀ ਜਿਹੜੀ ਆਪਾਂ ਗੋਡੇ ਬਦਲਣ ਤੋਂ ਪਹਿਲੇ ਕਰ ਸਕਦੇ ਹਾਂ, ਪੇਸ਼ੈਂਟ ਨੂੰ ਹੈਲਪ ਕਰ ਸਕਦੇ ਹਾਂ ਕਿ ਉਹਦੇ ਗੋਡੇ ਬਦਲਣ ਦੀ ਲੋੜ ਹੀ ਨਾ ਪਏ ਜੀ। ਅੱਛਾ, ਚਲੋ ਇਹ ਤਾਂ ਹੋ ਗਿਆ ਕਿ ਜੇ ਗੋਡੇ ਬਦਲਣ ਦੀ ਲੋੜ ਨਹੀਂ ਪੈਂਦੀ, ਤੇ ਖੁਦਾ ਨਾ ਖਾਸਾ ਜਦੋਂ ਗੋਡੇ ਬਦਲੇ ਜਾਂਦੇ ਨੇ, ਬਹੁਤ ਲੋਕਾਂ ਦਾ ਡਰ ਹੈ ਇੰਡੀਆ ਦੇ ਵਿੱਚ, ਸਪੈਸ਼ਲੀ ਜਦੋਂ ਅਸੀਂ ਗੱਲ ਕਰਦੇ ਹਾਂ, ਉਹ ਕਹਿੰਦੇ ਜੀ ਗੋਡੇ ਤਾਂ ਬਦਲਾ ਲੈਂਦੇ ਆ, ਮੁੜ ਕੇ ਸ਼ਾਇਦ ਉਹਨਾਂ ਗੋਡਿਆਂ ਦਾ ਕਰਕੇ ਸਾਨੂੰ ਮਤਲਬ ਜਿਉਣ ਹੀ ਨਹੀਂ ਹੁੰਦਾ, ਸਾਡੇ ਕੋਲ ਤੁਰਿਆ ਹੀ ਨਹੀਂ ਜਾਂਦਾ, ਜਾਂ ਬਹੁਤ ਸਾਰੇ ਹੁੰਦੇ ਆ ਕਿ ਗੋਡੇ ਬਦਲਾ ਕੇ ਕਿੰਨੀ ਕੁ ਲਾਈਫ ਹੁੰਦੀ ਹੈ। ਦੇਖੋ, ਪਹਿਲੀ ਗੱਲ ਤਾਂ ਗੋਡੇ ਬਦਲਣਾ ਇੱਕ ਬਹੁਤ ਹੀ ਵਧੀਆ ਸਰਜਰੀ ਹੈ। ਇਹਦੇ ਨਾਲ ਇਤਨੇ ਕ੍ਰਿਪਲਡ ਬੰਦੇ ਜਿਹੜੇ ਤੁਰ ਵੀ ਨਹੀਂ ਪਾਉਂਦੇ ਆ, ਬੈੱਡ ਤੇ ਪੈ ਜਾਂਦੇ ਆ। ਗੋਡੇ ਦੀ ਮੈਂ ਕਹਿੰਦਾ ਕੋਈ ਵੀ ਜੁਆਇੰਟ ਹੈ ਜਿਹੜੇ ਜ਼ਿਆਦਾ ਰਿਪਲੇਸ ਹੋ ਰਹੇ, ਜਿੱਦਾਂ ਕਿ ਚੂਲਾ ਹੋ ਗਿਆ, ਗੋਡਾ ਹੋ ਗਿਆ। ਅੱਜ ਕੱਲ੍ਹ ਸ਼ੋਲਡਰ ਸਰਜਰੀ, ਸ਼ੋਲਡਰ ਵੀ ਬਦਲੇ ਜਾਂਦੇ ਆ, ਐਲਬੋਜ਼ ਵੀ ਬਦਲੇ ਜਾਂਦੇ ਆ, ਜਿਹੜੇ ਮੇਨ ਜੁਆਇੰਟਸ ਹੈਗੇ ਇਹ ਸਾਰੇ ਬਦਲੇ ਜਾਂਦੇ। ਕੋਈ ਵੀ ਜੁਆਇੰਟ ਰਿਪਲੇਸਮੈਂਟ ਜਿਹੜਾ ਹੈ ਇਹ ਖਰਾਬ ਜੁਆਇੰਟ ਨੂੰ ਲਾਈਫ ਦੇ ਸਕਦਾ ਹੈ, ਪੇਸ਼ੈਂਟ ਨੂੰ ਮੋਬਾਈਲ ਕਰ ਸਕਦਾ ਹੈ, ਪੇਸ਼ੈਂਟ ਆਪਣਾ ਰੂਟੀਨ ਕੰਮ ਕਰ ਸਕਦਾ ਹੈ। ਔਰ ਇਹ ਜੁਆਇੰਟ ਰਿਪਲੇਸਮੈਂਟ ਖਾਸ ਕਰ ਨੀਜ਼ ਔਰ ਹਿਪ ਦੀ, ਜਿਹੜੇ ਚੂਲੇ ਔਰ ਗੋਡੇ ਦੀ ਰਿਪਲੇਸਮੈਂਟ ਸਰਜਰੀ ਹੈ, ਇਹ 95% ਤੋਂ ਉੱਪਰ ਸਕਸੈਸਫੁਲ ਸਰਜਰੀ ਹੈ। ਹਰੇਕ ਪੇਸ਼ੈਂਟ ਡਿਫਰੈਂਟ ਹੁੰਦਾ ਹੈ, ਹਰੇਕ ਮਰੀਜ਼ ਦੇ ਰਿਜ਼ਲਟ ਡਿਫਰੈਂਟ ਹੁੰਦੇ ਆ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹਦਾ ਠੀਕ ਹੋ ਗਿਆ ਮੈਂ ਠੀਕ ਨਹੀਂ ਹੋਇਆ, ਜਾਂ ਉਹ ਠੀਕ ਨਹੀਂ ਹੋਇਆ ਤਾਂ ਮੈਂ ਵੀ ਠੀਕ ਨਹੀਂ ਹੋਣਾ। ਇਹ ਕਹਿਣਾ ਬਹੁਤ ਗਲਤ ਹੈ। ਔਰ ਸਕਸੈਸਫੁਲ ਸਰਜਰੀ ਅਗਰ ਅੱਛੇ ਤਰੀਕੇ ਨਾਲ ਕੀਤੀ ਜਾਏ, ਇਹਦੇ ਵਿੱਚ ਥੋੜ੍ਹੀ ਚੀਜ਼ਾਂ ਤੁਹਾਨੂੰ ਧਿਆਨ ਰੱਖਣਾ ਪੈਂਦਾ ਹੈ ਕਿ ਤੁਸੀਂ ਮੈਡੀਕਲੀ ਫਿੱਟ ਹੈਗੇ ਹੋ ਕਿ ਨਹੀਂ ਹੈਗੇ ਹੋ ਸਰਜਰੀ ਲਈ, ਕਿ ਤੁਸੀਂ ਤੁਹਾਡੀ ਆਪਰੇਸ਼ਨ ਲਾਇਕ ਹੈਗੇ ਹੋ ਕਿ ਨਹੀਂ ਹੈਗੇ ਹੋ। ਅਗਰ ਆਪਰੇਸ਼ਨ ਲਾਇਕ ਹੈਗੇ ਹੋ ਤੇ ਫਿਰ ਤੁਹਾਡੇ ਦੋਨੋਂ ਜੋੜ ਇਕੱਠੇ ਬਦਲੇ ਜਾ ਸਕਦੇ ਕਿ ਨਹੀਂ ਬਦਲੇ ਜਾ ਸਕਦੇ ਹੈ। ਦੂਜਾ, ਅਗਰ ਕਈ ਪੇਸ਼ੈਂਟ ਸਾਡੇ ਕੋਲ ਬਹੁਤ ਹੀ ਲੇਟ ਸਟੇਜ ਵਿੱਚ ਆਉਂਦੇ ਕਿ ਬਿਲਕੁਲ ਜੋੜ ਉਹਦੇ ਬਿਲਕੁਲ ਬਾਹਰ ਨਿਕਲ ਗਏ ਹੁੰਦੇ ਆ, ਅਗਰ ਉਹ ਬਹੁਤ ਗੰਦੀ ਸਟੇਜ ਵਿੱਚ ਆਇਆ ਤਾਂ ਉਹਦੇ ਰਿਜ਼ਲਟ ਉਤਨੇ ਕੰਪੇਰੇਬਲ ਨਹੀਂ ਹੁੰਦੇ ਅਗਰ ਬੰਦਾ ਸਾਡੇ ਕੋਲ ਪ੍ਰੋਪਰ ਸਟੇਜ 'ਤੇ ਆ ਜਾਏ। ਹੋਰ ਤੁਸੀਂ ਗੱਲ ਕਰ ਰਹੇ ਸੀ ਇਹਦੀ ਲਾਈਫ ਦੀ। ਲਾਈਫ ਦੇਖੋ ਬਹੁਤ ਚੀਜ਼ਾਂ 'ਤੇ ਡਿਪੈਂਡ ਕਰਦੀ ਹੈ। ਉਹਦੇ ਵਿੱਚ ਸਭ ਤੋਂ ਜ਼ਰੂਰੀ ਹੈ ਸਰਜਨ ਜਿਹੜਾ ਆਪਰੇਸ਼ਨ ਕਰ ਰਿਹਾ, ਆਪਰੇਸ਼ਨ ਕਿਤਨੀ ਦੇਰ ਤੋਂ ਕਰ ਰਿਹਾ, ਕਿਤਨਾ ਐਕਸਪੀਰੀਅੰਸ ਹੈ ਸਰਜਨ ਨੂੰ। ਸੈਕਿੰਡ, ਤੁਹਾਡੀ ਕੁਆਲਿਟੀ ਆਫ ਇੰਪਲਾਂਟ ਕਿਹੜਾ ਪਾ ਰਹੇ ਹੋ, ਤੁਸੀਂ ਕਿਹੜੀ ਕੰਪਨੀ ਦਾ ਇੰਪਲਾਂਟ ਪਾ ਰਹੇ ਹੋ, ਤੁਹਾਨੂੰ ਉਸ ਕੰਪਨੀ ਦੇ ਬਾਰੇ ਜਾਂ ਇੰਪਲਾਂਟ ਬਾਰੇ ਬਿਲਕੁਲ ਪਤਾ ਹੋਣਾ ਚਾਹੀਦਾ। ਕਿਸੇ ਵੀ ਪੇਸ਼ੈਂਟ ਨੂੰ ਮੈਂ ਕਹਿੰਦਾ ਕਿ ਉਹਨੂੰ ਪਤਾ ਹੋਣਾ ਚਾਹੀਦਾ ਕਿ ਕਿਹੜਾ ਇੰਪਲਾਂਟ ਪਾ ਰਹੇ ਆ। ਤੀਜਾ, ਅਗਰ ਬੰਦੇ ਦਾ ਓਵਰਵੇਟ ਹੈ, ਅਗਰ ਇੱਕ 50 ਕਿਲੋ ਦਾ ਬੰਦਾ, ਇੱਕ 100 ਕਿਲੋ ਦਾ ਬੰਦਾ ਹੈ, ਜਿਹੜਾ 50 kg ਵਾਲਾ ਬੰਦਾ ਹੈ ਉਹਦਾ ਲਾਈਫ ਨੈਚੁਰਲੀ ਜ਼ਿਆਦਾ ਹੋਏਗੀ ਜੋੜ ਦੀ, ਅਗਰ ਇੱਕ 100 ਕਿਲੋ ਦਾ ਬੰਦਾ ਉਹਦੀ ਲਾਈਫ ਕਮ ਹੋਏਗੀ। ਚੌਥੀ ਗੱਲ ਕਿ ਤੁਸੀਂ ਕਿਤਨਾ ਕਰ ਉਦੋਂ ਯੂਜ਼ ਕਰਦੇ ਹੋ। ਅਗਰ ਇੱਕ ਬੰਦਾ ਰੋਜ਼ ਦਾ 10 ਕਿਲੋਮੀਟਰ ਚੱਲ ਰਿਹਾ, ਇੱਕ 2 ਕਿਲੋਮੀਟਰ ਚੱਲ ਰਿਹਾ, ਜਿਹੜਾ 2 ਕਿਲੋਮੀਟਰ ਚੱਲੇਗਾ ਉਹਦਾ ਜੁਆਇੰਟ ਦੀ ਲਾਈਫ ਜ਼ਿਆਦਾ ਹੋਏਗੀ, ਕਿਉਂਕਿ ਇਹ ਲਿਵਿੰਗ ਥਿੰਗ ਨਹੀਂ ਹੈਗੀ ਜੁਆਇੰਟਸ, ਇਹ ਆਰਟੀਫਿਸ਼ੀਅਲ ਚੀਜ਼ਾਂ ਹਨ। ਦੇਖੋ ਜੁਆਇੰਟ ਰਿਪਲੇਸਮੈਂਟ ਹੁੰਦੀ ਕੀ ਹੈ, ਜੁਆਇੰਟ ਰਿਪਲੇਸਮੈਂਟ ਹੁੰਦਾ ਕਿ ਆਪਾਂ ਇਹ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਸੀ, ਇਹ ਗੰਦਾ ਪਾਰਟ ਇਹਨੂੰ ਕੱਢ ਦਿੰਦੇ ਆ ਜੀ, ਇਸ ਹਿੱਸੇ ਨੂੰ ਕੱਢ ਦਿੰਦੇ ਆ, ਇਹਦੀ ਜਗ੍ਹਾ ਤੇ ਨੀਚੇ ਵਾਲੇ ਪਾਰਟ ਵਿੱਚ ਇਦਾਂ ਪਾਰਟ ਪਾ ਦਿੰਦੇ ਆ,
ਇੱਕ ਖਾਸ ਤਰ੍ਹਾਂ ਦਾ ਸੀਮੈਂਟ ਹੁੰਦਾ ਜਿਹਦੇ ਨਾਲ ਇਹਨੂੰ ਚਿਪਕਾ ਦਿੰਦੇ ਆ। ਇਦਾਂ ਹੀ ਉੱਪਰ ਵਾਲੇ ਪਾਰਟ ਵਿੱਚ ਆਪਾਂ ਇਹਨੂੰ ਕੱਟ ਦਿੰਦੇ, ਇਹਨੂੰ ਹੱਡੀ ਕੱਟ ਕੇ 8 ਮਿਲੀਮੀਟਰ ਜਾਂ 9 ਮਿਲੀਮੀਟਰ ਦੀ ਹੱਡੀ ਕੱਟ ਕੇ ਉਹਦੀ ਜਗ੍ਹਾ ਤੇ ਆਰਟੀਫੀਸ਼ੀਅਲ ਦੇ ਪਾਰਟ ਹੁੰਦੇ ਆ, ਮੈਟਲ ਦੇ ਪਾਰਟਸ ਹੁੰਦੇ ਆ, ਇਹਨੂੰ ਫਿੱਟ ਕਰਦੇ ਆ। ਖਾਸ ਹੱਡੀ ਦਾ ਸੀਮੈਂਟ ਹੈ, ਜਿੱਦਾਂ ਕਿ ਆਪਾਂ ਇੱਟਾਂ ਦੀਵਾਰ ਬਣਾਉਂਦੇ ਆ, ਉਹਨੂੰ ਸੀਮੈਂਟ ਨਾਲ ਰੋਕਦੇ, ਉਹ ਇਸ ਨੂੰ ਵੀ ਸੀਮੈਂਟ ਨਾਲ ਆਪਾਂ ਚਿਪਕਾ ਦਿੰਦੇ ਆ। ਹੁਣ ਇਹ ਪਾਰਟ ਜਿਹੜਾ ਹੈ ਇਹ ਡੈਡ ਪਾਰਟ ਹੈ, ਇਹਦੀ ਲਾਈਫ ਨਹੀਂ ਹੈ। ਅਗਰ ਇਹ ਪਿਆ ਰਹੇ ਤਾਂ ਪਿਆ ਰਹੇ, ਕੁਝ ਵੀ ਨਹੀਂ ਹੈ। ਤੁਹਾਡੇ ਆਸ-ਪਾਸ ਦੀ ਹੱਡੀਆਂ ਦੀ ਕੀ ਕੰਡੀਸ਼ਨ ਹੈ ਇਹਦੇ ਤੇ ਵੀ ਲਾਈਫ ਤੇ ਡਿਪੈਂਡ ਕਰਦਾ ਹੈ। ਤੇ ਕਈ ਸਾਰੀ ਚੀਜ਼ਾਂ ਫੈਕਟਰ ਹੈ ਜਿਹੜੀ ਤੁਹਾਡੀ ਇੱਕ ਜੁਆਇੰਟ ਦਾ ਕਿਤਨੀ ਦੇਰ ਚੱਲੇਗਾ ਉਹਦੇ ਤੇ ਡਿਪੈਂਡ ਕਰਦੀ ਹੈ। ਸਿਰਫ ਇਹ ਨਹੀਂ ਹੁੰਦਾ ਕਿ ਇਹ ਜੁਆਇੰਟ ਇਹ ਮਤਲਬ ਮੇਰਾ ਜਿਹੜਾ ਜੁਆਇੰਟ ਹੈ ਕਿ ਰਿਪਲੇਸ, ਪਰ ਐਵਰੇਜ ਲਾਈਫ ਲੈ ਕੇ ਚਲੋ 10-15 ਸਾਲ ਹੈ। ਪਰ ਅਗਰ ਤੁਸੀਂ ਅੱਛੀ ਤਰ੍ਹਾਂ ਜੁਆਇੰਟ ਨੂੰ ਰੱਖੋ ਤੇ ਉਹ ਤੁਹਾਡਾ 30-30 35-35 ਸਾਲ ਵੀ ਜੁਆਇੰਟ ਕੱਢ ਸਕਦਾ ਹੈ। ਜੀ ਅੱਛਾ, ਦੂਸਰੀ ਗੱਲ ਇਹ ਵੀ ਹੁੰਦੀ ਹੈ ਕਿ ਡਾਕਟਰ ਸਾਹਿਬ ਜਿਵੇਂ ਤੁਸੀਂ ਕਹਿੰਦੇ ਹੋ ਕਿ ਬੋਨ ਡੈਂਸਿਟੀ ਚੰਗੀ ਹੋਵੇ ਤਾਂ ਬਹੁਤ ਚਿਰ ਨਿਕਲਦਾ ਆ, ਪਰ ਲੋਕਾਂ ਦੇ ਮਨ ਵਿੱਚ ਵਹਿਮ ਵੀ ਹੁੰਦਾ, ਕਹਿੰਦੇ ਜੀ ਕਿ ਇਹ ਰਿਸਕੀ ਬਹੁਤ ਹੈ, ਇਹਦੇ ਨਾਲ ਬਲੱਡ ਬਹੁਤ ਨਿਕਲਦਾ ਆ। ਵਾਕਈ ਨਿਕਲਦਾ ਹੈ ਤੇ ਰਿਸਕ ਕਿੰਨਾ ਕੁ ਹੁੰਦਾ ਹੈ? ਬਿਲਕੁਲ ਦੇਖੋ, ਕੋਈ ਵੀ ਸਰਜਰੀ ਦੁਨੀਆ ਵਿੱਚ ਕੋਈ ਵੀ ਸਰਜਰੀ ਹੈ ਉਹ 100% ਨਹੀਂ ਹੈਗੀ ਹੈ। ਡਾਕਟਰ ਭਗਵਾਨ ਨਹੀਂ ਹੈਗੇ। ਅਗਰ ਡਾਕਟਰ ਕਹੇ ਕਿ ਮੈਂ 100% ਗਰੰਟੀ ਦਿੰਦਾ ਤਾਂ ਉਹ ਭਗਵਾਨ ਬਣ ਗਿਆ, ਜਦਕਿ ਉਹ ਨਹੀਂ ਹੈਗਾ। ਕੋਈ ਵੀ ਸਰਜਰੀ ਦੇ ਆਪਣੇ ਰਿਸਕ ਹੈਗੇ, ਆਪਣੇ ਫਾਇਦੇ ਹੈਗੇ। ਇਹ ਸਾਰਾ ਡਿਪੈਂਡ ਕਰਦਾ ਹੈ ਪੇਸ਼ੈਂਟ ਦੀ ਮੈਡੀਕਲ ਕੰਡੀਸ਼ਨ ਤੇ, ਉਹ ਫਿੱਟ ਹੈ ਨਹੀਂ ਹੈ, ਉਹਨੂੰ ਹੋਰ ਕੋਈ ਬਿਮਾਰੀ ਤੇ ਨਹੀਂ ਹੈ, ਹਾਰਟ ਦੀ ਬਿਮਾਰੀ ਤੇ ਨਹੀਂ ਹੈ, ਕਿਡਨੀ ਦੀ ਬਿਮਾਰੀ ਤੇ ਨਹੀਂ ਹੈ, ਕੋਈ ਲੀਵਰ ਦੀ ਬਿਮਾਰੀ ਤੇ ਨਹੀਂ ਹੈ, ਸਾਹ ਦੀ ਬਿਮਾਰੀ ਤੇ ਨਹੀਂ ਹੈਗਾ, ਕੋਈ ਆਸਟੀਓਪੋਰੋਸਿਸ ਜਿੱਦਾਂ ਹੱਡੀਆਂ ਕਮਜ਼ੋਰ ਤੇ ਨਹੀਂ ਹੈਗੀ ਬਹੁਤ ਜ਼ਿਆਦਾ। ਇਹ ਸਭ ਚੀਜ਼ਾਂ ਤੇ ਡਿਪੈਂਡ ਕਰਦਾ ਹੈ। ਅਗਰ ਪੇਸ਼ੈਂਟ ਨੂੰ ਅੱਛੀ ਤਰ੍ਹਾਂ ਕਾਉਂਸਲਿੰਗ ਕਰੋ, ਉਹਨੂੰ ਕਹੋ ਟੈਸਟ ਕਰਾਓ, ਉਹਦੇ ਪ੍ਰੋਪਰ ਫਿਟਨੈਸ ਕਰਾਓ, ਉਹਦੇ ਬਾਅਦ ਇਹ ਆਪਰੇਸ਼ਨ ਕਰੋ ਤੇ ਬਹੁਤ ਸਕਸੈਸਫੁਲ ਆਪਰੇਸ਼ਨ ਹੈ। ਕਈਆਂ ਦੇ ਆਪਾਂ ਮਨਾ ਕਰ ਦਿੰਦੇ ਕਿ ਤੁਹਾਡੇ ਦੋਨੋਂ ਗੋਡੇ ਇਕੱਠੇ ਨਹੀਂ ਬਦਲੇ ਜਾ ਸਕਦੇ ਆ, ਇਹਦੇ ਵਿੱਚ ਰਿਸਕ ਬਹੁਤ ਜ਼ਿਆਦਾ ਹੈ। ਕਈਆਂ ਦੇ ਹਾਰਟ ਦੀ ਪ੍ਰੋਬਲਮ ਹੁੰਦੀ ਹੈ, ਉਹਨਾਂ ਨੂੰ ਆਪਾਂ ਮਨਾ ਕਰਦੇ ਹਾਂ ਕਿ ਤੁਸੀਂ ਨਾ ਬਦਲਾਓ, ਬਹੁਤ ਜ਼ਿਆਦਾ ਰਿਸਕ ਹੈ। ਕਈਆਂ ਨੂੰ ਅਗਰ ਦੋਨੋਂ ਇਕੱਠੇ ਬਦਲਣੇ, ਇਹ ਵੀ ਪੇਸ਼ੈਂਟ ਨੂੰ ਸਮਝਾਉਂਦੇ ਆ ਕਿ ਤੁਹਾਡੇ ਦੋਨੋਂ ਗੋਡੇ ਇਕੱਠੇ ਬਦਲੇ ਜਾ ਸਕਦੇ ਆ ਕਿ ਨਹੀਂ ਬਦਲੇ ਜਾ ਸਕਦੇ ਆ। ਲੋਕਾਂ ਨੂੰ ਇਹ ਡਰ ਹੁੰਦਾ ਕਿ ਨਹੀਂ ਇੱਕ ਵਾਰੀ ਗੋਡੇ ਬਦਲਨੇ ਆ ਤੇ ਇਕੱਠੇ ਹੀ ਬਦਲਨੇ ਆ, ਇੱਦਾਂ ਦਾ ਕੁਝ ਨਹੀਂ ਹੈਗਾ। ਕਈ ਜਗ੍ਹਾ ਤੇ ਕਈ ਕੰਟਰੀਜ਼ ਵਿੱਚ, ਜ਼ਿਆਦਾਤਰ ਕੰਟਰੀਜ਼ ਵਿੱਚ ਇੱਕ ਇੱਕ ਕਰਕੇ ਗੋਡਾ ਬਦਲਦੇ ਆ, ਕਿਉਂਕਿ ਪੇਸ਼ੈਂਟ ਨੂੰ ਰਿਸਕ, ਕਈ ਵਾਰੀ ਦੋਨੋਂ ਇਕੱਠੇ ਕਰੋ ਤੇ ਹਾਰਟ ਦਾ ਰਿਸਕ, ਫੇਫੜਿਆਂ ਦਾ ਰਿਸਕ, ਜ਼ਿਆਦਾ ਚੀਜ਼ਾਂ ਵੱਧ ਜਾਂਦੀਆਂ। ਸ਼ੂਗਰ ਦੇ ਮਰੀਜ਼ ਹੁੰਦੇ ਉਹਨਾਂ ਵਿੱਚ ਆਪਾਂ ਦੋਨੋਂ ਇਕੱਠੇ ਕਰਨੇ ਅਵੋਇਡ ਕਰਦੇ ਹਾਂ, ਕਿਉਂਕਿ ਉਹਨਾਂ ਦੇ ਵਿੱਚ ਇਨਫੈਕਸ਼ਨ ਦਾ ਡਰ ਜ਼ਿਆਦਾ ਹੋ ਜਾਂਦਾ ਹੈ। ਤੇ ਕਈ ਚੀਜ਼ਾਂ ਦੇਖਣੀ ਪੈਂਦੀਆਂ ਕਿਸੇ ਵੀ ਪੇਸ਼ੈਂਟ ਨੂੰ ਆਪਰੇਟ ਕਰਨ ਤੋਂ ਪਹਿਲੇ ਕਿ ਤਾਂ ਉਹਦੇ ਵਿੱਚ ਕੀ ਰਿਸਕ ਫੈਕਟਰ ਹੈ। ਅਗਰ ਇੱਕ ਤਰੀਕੇ ਨਾਲ ਚਲੋ ਤਾਂ ਇਹਦਾ ਰਿਸਕ ਫੈਕਟਰ ਬਹੁਤ ਹੀ ਕਮ ਹੈਗਾ, ਬਹੁਤ ਕਮ ਹੈਗਾ। ਨਾਲ ਤੁਸੀਂ ਕੁਐਸਚਨ ਪੁੱਛਿਆ ਸੀ ਬਲੱਡ ਲਾਸ ਦਾ। ਬਲੱਡ ਲਾਸ ਦੇਖੋ, ਅੱਜ ਕੱਲ੍ਹ ਜੋ ਮੈਡੀਸਿਨਸ ਆ ਗਈਆਂ, ਇਤਨੀ ਅੱਛੀ ਮੈਡੀਸਿਨਸ ਆ ਗਈਆਂ, ਉਹਦੇ ਨਾਲ ਬਲੱਡ ਲਾਸ ਸਾਨੂੰ ਜਿਹੜਾ ਪਹਿਲੇ ਅੱਜ ਤੋਂ 10 ਸਾਲ ਪਹਿਲੇ ਬਲੱਡ ਦੀ ਦੇਣ ਦੀ ਲੋੜ ਪੈਂਦੀ ਸੀ, ਅੱਜ ਕੱਲ੍ਹ ਬਲੱਡ ਸਿਰਫ ਸਟੈਂਡ ਬਾय ਰੱਖਿਆ ਹੁੰਦਾ ਕਿ ਬਾਈ ਚਾਂਸ ਲੋੜ ਨਾ ਪੈ ਜਾਏ। ਅਦਰਵਾਈਜ਼ ਜ਼ਿਆਦਾਤਰ 100 ਤੋਂ 70-80% ਲੋਕਾਂ ਨੂੰ ਅਗਰ ਉਹਨਾਂ ਦਾ ਪਹਿਲੇ ਆਪਰੇਸ਼ਨ ਤੋਂ ਪਹਿਲੇ ਹੀਮੋਗਲੋਬਿਨ ਅੱਛਾ ਹੈਗਾ ਤੇ ਲੋੜ ਨਹੀਂ ਪੈਂਦੀ। ਜੀ ਅੱਛਾ, ਦੂਸਰੇ ਬੰਨੇ ਹੁਣ ਐਡਵਰਟਾਈਜ਼ਮੈਂਟ ਕਰਦੇ ਨੇ ਡਾਕਟਰਸ ਦੇ ਜਾਂ ਹਸਪੀਟਲ ਡਾਕਟਰ ਐਡਵਰਟਾਈਜ਼ ਕਰਦੇ ਨੇ ਕਿ ਆਪਰੇਸ਼ਨ ਤੋਂ ਬਾਅਦ, ਸਰਜਰੀ ਤੋਂ ਬਾਅਦ ਤੁਸੀਂ ਚੌਂਕੜੀ ਮਾਰ ਕੇ ਬੈਠ ਸਕਦੇ ਹੋ। ਇਹ ਵਾਕਈ ਸੱਚ ਗੱਲ ਹੁੰਦੀ ਹੈ ਕਿ ਤੁਸੀਂ ਥੋੜੇ ਦਿਨਾਂ ਬਾਅਦ ਹੀ ਚੌਂਕੜੀ ਮਾਰ ਸਕਦੇ ਹੋ, ਜਾਂ ਕਿੰਨਾ ਲੰਮਾ ਸਮਾਂ ਲੱਗਦਾ ਹੈ ਚੌਂਕੜੀ ਮਾਰਨ ਨੂੰ? ਬਿਲਕੁਲ ਠੀਕ ਗੱਲ ਹੈ। ਦੇਖੋ ਅੱਜ ਕੱਲ੍ਹ ਜਿਹੜੇ ਗੋਡੇ, ਜੋ ਕਿਸੇ ਵੀ ਕੰਪਨੀ ਦੇ, ਮੈਂ ABCD ਨਹੀਂ ਕਹਿ ਰਿਹਾ, ਨਾ ਕਿਸੇ ਕੰਪਨੀ ਨੂੰ ਪ੍ਰਮੋਟ ਕਰ ਰਿਹਾ, ਨਾ ਆਪਣੇ ਆਪ ਨੂੰ ਕਹਿ ਰਿਹਾ ਕਿ ਮੈਂ ਗੋਡੇ ਬਦਲਾਂਗਾ ਤਾਂ ਚੌਕੜੀ ਮਾਰਨਗੇ। ਚੌਕੜੀ ਕੋਈ ਵੀ ਗੋਡੇ ਜਿਹੜੇ ਇਹ ਸਾਰੇ ਹਾਈ ਫਲੈਕਸ ਹੈਗੇ। ਚੌਕੜੀ ਤੁਸੀਂ ਚਾਹੇ ਇੰਡੀਅਨ ਗੋਡਾ ਪਾਓ ਚਾਹੇ ਇੰਪੋਰਟਡ ਗੋਡਾ ਪਾਓ, ਉਹਦੇ ਨਾਲ ਚੌਕੜੀ ਮਾਰ ਸਕਦੇ ਆ। ਪਰ ਉਹ ਵੀ ਹਰ ਕੋਈ ਪੇਸ਼ੈਂਟ, ਅਗਰ ਇੱਕ ਜਿਸ ਪੇਸ਼ੈਂਟ ਦਾ ਪਹਿਲੇ ਆਪਰੇਸ਼ਨ ਤੋਂ ਪਹਿਲੇ ਹੀ ਬਹੁਤ ਜ਼ਿਆਦਾ ਟੇਢੇ ਮੇਢੇ ਹੁੰਦੇ ਆ, ਗੋਡੇ ਬਹੁਤ ਜ਼ਿਆਦਾ ਖਰਾਬ ਹੋ ਗਏ ਹੁੰਦੇ ਆ, ਉਹਨਾਂ ਨੂੰ ਆਪਰੇਸ਼ਨ ਤੋਂ ਬਾਅਦ ਵੀ ਚੌਕੜੀ ਮਾਰਨ ਵਿੱਚ ਮੁਸ਼ਕਿਲ ਆਉਂਦੀ ਹੈ। ਔਰ ਕਈਆਂ ਦਾ ਕੀ ਹੁੰਦਾ ਕਿ ਗੋਡੇ ਆਪਰੇਸ਼ਨ ਤੋਂ ਬਾਅਦ ਗੋਡਿਆਂ ਵਿੱਚ ਨਾ ਮਾਸ ਜੰਮ ਜਾਂਦਾ ਹੈ, ਕਈਆਂ ਦੇ ਮਤਲਬ ਚੌਕੜੀ ਮਾਰ ਸਕਦੇ ਆ, ਪਰ ਐਡਵਾਈਸ ਇਹ ਹੁੰਦੀ ਹੈ ਕਿ ਚੌਕੜੀ ਨਾ ਮਾਰੋ। ਤੁਸੀਂ ਇੱਧਰ ਦੇਖ ਸਕਦੇ ਹੋ ਕਿ ਅਗਰ ਆਪਾਂ ਚੌਕੜੀ ਮਾਰਦੇ ਆ ਤੇ ਗੋਡੇ ਸਾਡੇ ਖਿੱਚੇ ਜਾਂਦੇ ਆ ਤੇ ਸਾਰਾ ਜ਼ੋਰ ਇਹਨਾਂ ਗੋਡਿਆਂ ਤੇ ਪੈਂਦਾ। ਇਹ ਸੀਮੈਂਟ ਦੇ ਨਾਲ ਚਿਪਕਾਏ ਹੁੰਦੇ ਆ। ਅਗਰ ਬਾਰ-ਬਾਰ ਚੌਕੜੀ ਮਾਰਨਗੇ ਤੇ ਇਹਦਾ ਖੁੱਲਣ ਦਾ, ਇਹਨੂੰ ਜਿੱਦਾਂ ਆਪਾਂ ਬਾਰ-ਬਾਰ ਇੱਕ ਦੀਵਾਰ ਨੂੰ ਹਥੌੜੇ ਮਾਰਦੇ ਰਹੀਏ ਉਹ ਟੁੱਟਣ ਦਾ ਡਰ ਰਹਿੰਦਾ। ਅਗਰ ਬਾਰ-ਬਾਰ ਚੌਕੜੀ ਮਾਰੋਗੇ ਤੇ ਇਹਦਾ ਖੁੱਲਣ ਦਾ ਡਰ ਰਹਿੰਦਾ। ਇਹ ਨੀ ਦੀ ਲਾਈਫ ਉਹਦੀ ਕਮ ਹੋ ਜਾਂਦੀ ਹੈ। ਪਰ ਚੌਕੜੀ ਮਾਰਨਾ ਸਾਡੇ ਇੰਡੀਆ ਵਿੱਚ, ਕਿਉਂਕਿ ਇਹ ਗੋਡੇ ਇੰਡੀਆ ਵਿੱਚ ਚੌਕੜੀ ਮਾਰਨ ਦਾ ਹੈਗਾ, ਲੋਕ ਚੌਕੜੀ ਮਾਰਦੇ ਆ। ਲੋਕ ਚਾਹੁੰਦੇ ਕਿ ਆਪਰੇਸ਼ਨ ਤੋਂ ਬਾਅਦ ਵੀ ਚੌਕੜੀ ਮਾਰੋ। ਤੇ ਚੌਕੜੀ ਸਿਰਫ ਇਹਦੇ ਤੇ ਨਹੀਂ ਡਿਪੈਂਡ ਕਰਦਾ ਕਿਹੜਾ ਪਾਰਟ ਪਾਇਆ, ਉਹ ਪੇਸ਼ੈਂਟ ਦੀ ਫਿਜ਼ੀਓਥੈਰੇਪੀ ਤੇ ਵੀ ਡਿਪੈਂਡ ਕਰਦਾ ਹੈ, ਪੇਸ਼ੈਂਟ ਤੇ ਡਿਪੈਂਡ ਕਰਦਾ ਉਹਨਾਂ ਦਾ ਆਪਰੇਸ਼ਨ ਤੋਂ ਪਹਿਲੇ ਕਿਤਨੇ ਜੋੜ ਖਰਾਬ ਸੀਗੇ। ਪਰ ਮੇਰੀ ਐਡਵਾਈਸ ਇਹ ਹੈ ਕਿ ਅਗਰ ਤੁਸੀਂ ਗੋਡੇ ਬਦਲਾਏ ਉਹਦਾ ਜਿतना ਧਿਆਨ ਰੱਖੋਗੇ ਉਤਨਾ ਜ਼ਿਆਦਾ ਤੁਹਾਡੀ ਲੰਬੀ ਲਾਈਫ ਹੋਗੀ। ਤੇ ਇਹ ਗੋਡੇ ਚੌਕੜੀ ਮਾਰਨ ਵਾਸਤੇ ਨਹੀਂ ਹੈਗੇ, ਤੁਸੀਂ ਮਾਰ ਸਕਦੇ ਆ। ਇਹ ਗੋਡੇ ਹੈਗੇ ਤੁਹਾਨੂੰ ਇੱਕ ਪੇਨ ਫ੍ਰੀ ਜੁਆਇੰਟ ਦੇਣ ਨੂੰ, ਤੁਹਾਡੀ ਲਾਈਫ ਨੂੰ ਇੰਪਰੂਵ ਕਰਨ ਨੂੰ। ਤੁਸੀਂ ਸੀੜੀਆਂ ਚੜ੍ਹੋ, ਤੁਸੀਂ ਪਹਾੜੀਆਂ ਚੜ੍ਹੋ, ਤੁਸੀਂ ਸਭ ਕੁਝ ਕਰੋ। ਔਰ ਨਾ ਨੋ ਡਾਊਟ ਜਿਹੜੀ ਹਾਈ ਇੰਪੈਕਟ ਐਕਟੀਵਿਟੀਜ਼ ਹੁੰਦੀ ਹੈ, ਜਿੱਦਾਂ ਕਿ ਜੰਪਿੰਗ ਹੋ ਗਈ, ਹੈ ਨਾ,
ਉਹ ਅਵੋਇਡ ਕਰਨੀ ਚਾਹੀਦੀ। ਇਦਾਂ ਦੀ ਚੀਜ਼ਾਂ ਜਿਹਦੇ ਨਾਲ ਜੋੜ ਤੇ ਇੰਪੈਕਟ ਪੈਂਦਾ, ਤੁਹਾਡੇ ਜੋੜ ਤੇ ਜੋੜ ਪੈਂਦਾ, ਉਹ ਅਵੋਇਡ ਕਰਨੀ ਚਾਹੀਦੀ। ਬਾਕੀ ਤੁਸੀਂ ਸਭ ਐਕਟੀਵਿਟੀਜ਼ ਕਰਦੇ ਹੋ, ਸਵਿਮਿੰਗ ਕਰ ਸਕਦੇ ਹੋ, ਸਾਈਕਲਿੰਗ ਕਰ ਸਕਦੇ ਹੋ, ਤੁਸੀਂ ਘਾਸ ਤੇ ਪ੍ਰੋਪਰ ਨਾਰਮਲ ਵਾਕ ਕਰ ਸਕਦੇ ਹੋ, ਸਭ ਕੁਝ ਕਰ ਸਕਦੇ ਹੋ ਤੁਸੀਂ ਇਹਦੇ ਨਾਲ। ਅੱਛਾ ਡਾਕਟਰ ਸਾਹਿਬ, ਕਿਉਂਕਿ ਹੁਣ ਕਹਿੰਦੇ ਨੇ ਕਿ ਜੀ ਆਪਰੇਸ਼ਨ ਜਿਹੜੇ ਨੇ ਪੂਰੀ ਤਰ੍ਹਾਂ ਰੋਬੋਟਿਕ ਹੋ ਗਏ ਨੇ, ਜਾਂ ਫਿਰ ਉਹ ਇਸ ਤਰੀਕੇ ਨਾਲ ਕਰਦੇ ਆ ਕਿ ਪੂਰੀ ਤਰੀਕੇ ਕੋਈ ਚੀਰ ਫਾੜ ਨਹੀਂ, ਕੁਝ ਇਦਾਂ ਦਾ ਹੈ ਕਿ ਨੀ ਰਿਪਲੇਸਮੈਂਟ ਬਿਨਾਂ ਚੀਰ ਫਾੜ ਤੋਂ ਹੋ ਸਕਦੀ? ਤੇ ਇਹ ਸੋਚ ਕੇ ਚੱਲਣਾ ਚਾਹੀਦਾ ਕਿ ਇਤਨਾ ਵੱਡਾ ਜॉइंट ਅੰਦਰ ਪਾਣਾ ਹੈ ਗੋਡੇ ਦੇ ਅੰਦਰ, ਇਹ ਦੇਖੋ ਇਹ ਜੋੜ, ਇਹ ਇਤਨਾ ਪਾर्ट ਉੱਪਰ ਜਾਏਗਾ ਤੇ ਇਤਨਾ ਪਾर्ट ਇਹ ਨੀਚੇ ਜਾਏਗਾ ਨਾ, ਇਹ ਨੀਚੇ ਜਾਏਗਾ ਤੇ ਇਹ ਬਗੈਰ ਚੀਰ ਫਾੜ ਕਿਤੇ ਕਿੱਦਾਂ ਪੈ ਸਕਦੇ ਆ ਅੰਦਰ? ਇਹ ਬਿਲਕੁਲ ਗਲਤ ਹੈ ਜਿਹੜੀ ਪਬਲਿਸਿਟੀ ਹੁੰਦੀ ਹੈ ਕਿ ਬਗੈਰ ਚੀਰ ਫਾੜ ਤੇ ਹੋਣੀ ਹੈ, ਪਰ ਨੋ ਡਾਊਟ ਅੱਜ ਕੱਲ੍ਹ ਦੇ ਇਨਸੀਜਨ ਜਿਹੜੇ ਚੀਰੇ ਬਹੁਤ ਛੋਟੇ ਹੋ ਗਏ। ਪਹਿਲੇ ਜਿੱਦਾਂ 12-12 15-15 ਸੈਂਟੀਮੀਟਰ ਨਾਲ ਹੁੰਦੇ ਸੀ, ਅੱਜ 8 ਤੋਂ 10 ਸੈਂਟੀਮੀਟਰ ਨਾਲ ਇਹ ਚੀਰਿਆਂ ਨਾਲ ਆਪਰੇਸ਼ਨ ਆਉਂਦਾ। ਪਰ ਇਹਦੇ ਵਿੱਚ ਵੀ ਹੈਗਾ, ਅਗਰ ਕੋਈ ਪੇਸ਼ੈਂਟ ਬਹੁਤ ਹੀ ਮੋਟਾ ਹੋਏਗਾ ਉਹਦੇ ਵਿੱਚ ਵੱਡਾ ਚੀਰਾ ਦੇਣਾ ਪੈਂਦਾ। ਇਹ ਅਗਰ ਤੁਸੀਂ ਛੋਟੇ ਚੀਰੇ ਨਾਲ ਇਹਨੂੰ ਪਾਉਣ ਦੀ ਕੋਸ਼ਿਸ਼ ਕਰੋਗੇ ਤਾਂ ਡੈਮੇਜ ਜ਼ਿਆਦਾ ਹੁੰਦਾ ਹੈ ਜॉइंट। ਦੂਜੀ ਗੱਲ ਤੁਸੀਂ ਕਹਿ ਰਹੇ ਸੀਗੇ ਕਿ ਅੱਜ ਕੱਲ੍ਹ ਮਸ਼ੀਨਾਂ ਬਹੁਤ ਆ ਗਈਆਂ। ਦੇਖੋ ਕੋਈ ਵੀ ਟੈਕਨੋਲੋਜੀ ਜਿਹੜੀ ਹੈ ਉਹ ਹਾਲੇ ਤੱਕ ਅੱਜ ਦੀ ਡੇਟ ਵਿੱਚ ਹਿਊਮਨ ਨੂੰ ਰਿਪਲੇਸ ਨਹੀਂ ਕਰ ਪਾਈ ਹੈ। ਕੰਪਿਊਟਰ ਹੋ ਗਿਆ, ਰੋਬੋਟ ਹੋ ਗਿਆ, ਇਹਨਾਂ ਨੂੰ ਇੱਕ ਡਾਇਰੈਕਸ਼ਨ ਦੇਣੀ ਪੈਂਦੀ ਹੈ। ਜਦ ਤੁਸੀਂ ਗੱਡੀ ਵਿੱਚ ਐਡਰੈਸ ਪਾ ਦਿੰਦੇ ਹੋ ਨੈਵੀਗੇਸ਼ਨ ਦਾ, ਅਗਰ ਤੁਸੀਂ ਉਹ ਗਲਤ ਐਡਰੈਸ ਪਾ ਦਿਓ ਤੁਸੀਂ ਗਲਤ ਪਹੁੰਚ ਜਾਓਗੇ। ਇਹਦੇ ਵਿੱਚ ਵੀ ਸਾਨੂੰ ਜਿਹੜੇ ਪੁਆਇੰਟਸ ਲਗਾਉਣੇ ਪੈਂਦੇ ਆ ਕੁਝ ਰੋਬੋਟਿਕ ਜਾਂ ਕੰਪਿਊਟਰ ਸਰਜਰੀ ਵਿੱਚ, ਕਿ ਇਹ ਪੁਆਇੰਟ ਇੱਥੇ, ਇਹ ਪੁਆਇੰਟ ਇੱਥੇ, ਇਹ ਪੁਆਇੰਟ ਇੱਥੇ। ਅਗਰ ਉਹ ਤੁਸੀਂ ਪਹਿਲੇ ਹੀ ਗਲਤ ਲਗਾਓਗੇ ਤਾਂ ਰੋਬੋਟ ਗਲਤ ਪੜੇਗਾ, ਰੋਬੋਟ ਨੇ ਗਲਤ ਕਰਤਾ ਉਹ ਸਾਰੇ ਸਟੈਪਸ ਗਲਤ ਹੋ ਜਾਣਗੇ। ਤੇ ਰੋਬੋਟਿਕ ਸਰਜਰੀ ਜਾਂ ਇਹ ਕੋਈ ਵੀ ਸਰਜਰੀ ਹਾਲੇ ਉਸ ਲੈਵਲ ਤੇ ਨਹੀਂ ਪਹੁੰਚੀ ਹੈ ਕਿ ਇਹਨੂੰ ਟੋਟਲੀ ਕਹਿ ਦੇ ਕਿ ਰੋਬੋਟਿਕ ਸਰਜਰੀ। ਹਾਂ, ਨੋ ਡਾਊਟ ਇਹ ਹੈਲਪਫੁਲ ਹੈਗੀ ਹੈ, ਪਰ ਜਿਹੜੀ ਬੰਦੇ ਦੀ ਸਕਿੱਲ ਹੈ, ਡਾਕਟਰ ਦੀ ਸਕਿੱਲ ਹੈ, ਇੱਕ ਐਕਸਪੀਰੀਅੰਸ ਡਾਕਟਰ ਦੀ ਸਕਿੱਲ ਹੈ ਜਿਹਨੇ ਕਿ ਪੂਰਾ ਆਪਣਾ ਲਾਈਫ ਇਸੇ ਚੀਜ਼ ਤੇ ਲਗਾ ਦਿੱਤੀ ਹੈ, ਉਹ ਟੈਕਨੋਲੋਜੀ ਹਲੇ ਇਹਨੂੰ ਰਿਪਲੇਸ ਨਹੀਂ ਕਰ ਪਾਈ ਹੈ। ਪਰ ਇਹ ਚੀਜ਼ਾਂ ਹੈਲਪਫੁਲ ਹੈਗੀ। ਇਹ ਅੱਜ ਕੱਲ੍ਹ ਜ਼ਿਆਦਾਤਰ ਸਾਰੇ ਥੀਏਟਰ ਵਿੱਚ ਚਾਹੇ ਕੰਪਿਊਟਰ ਹੋ ਗਿਆ, ਚਾਹੇ ਨੈਵੀਗੇਸ਼ਨ ਹੋ ਗਿਆ, ਕਈ ਲੋਕ ਰੋਬੋਟਿਕ ਕਹਿੰਦੇ ਆ, ਪਰ ਇਹ ਨਹੀਂ, ਇਹ ਅੱਜ ਕੱਲ੍ਹ ਇਹ ਲੋਕਾਂ ਵਿੱਚ ਹੈ ਕਿ ਰੋਬੋਟ ਆਪਰੇਟ ਕਰੇਗਾ। ਰੋਬੋਟ ਆਪਰੇਟ ਨਹੀਂ ਕਰਦਾ, ਇਹ ਹਿਊਮਨ ਆਪਰੇਟ ਕਰਦਾ। ਪਰ ਇਹ ਚੀਜ਼ਾਂ ਜਿਹੜੀਆਂ ਉਹਨੂੰ ਹੈਲਪ ਕਰਦੀਆਂ। ਪਰ ਅਗਰ ਰੋਬੋਟ ਨੂੰ ਤੁਸੀਂ ਗਲਤ ਉਹ ਦੇ ਦੋਗੇ ਤਾਂ ਉਹਨੇ ਗਲਤ ਰੀਡਿੰਗ ਕਰ ਲੈਣੀ ਹੈ। ਤੇ ਹਿਊਮਨ ਟੈਕਨੋਲੋਜੀ, ਹਿਊਮਨ ਹੱਥ ਹਲੇ ਵੀ ਬੈਟਰ ਹੈਗਾ ਤੇ ਇਹ ਚੀਜ਼ਾਂ ਹੈਲਪਫੁਲ ਹੈਗੀ। ਨੋ ਡਾਊਟ ਟੈਕਨੋਲੋਜੀਜ਼ ਜਿਹੜੀਆਂ ਇਹ ਹੈਲਪ ਕਰਦੀਆਂ ਸਭ। ਅੱਛਾ ਡਾਕਟਰ ਸਾਹਿਬ, ਕਿੰਨੇ ਦਿਨ ਲੱਗਦੇ ਨੇ ਰਿਕਵਰ ਹੋਣ ਤੋਂ? ਜੇ ਸਪੋਜ਼ ਕੀ ਕੋਈ ਨੀ ਰਿਪਲੇਸਮੈਂਟ ਕਰਾਉਂਦਾ ਆ ਤੇ ਕਿੰਨੇ ਦਿਨਾਂ ਬਾਅਦ ਉਹ ਤੁਰਨ ਲੱਗ ਸਕਦਾ ਤੇ ਕਿੰਨੇ ਦਿਨਾਂ ਬਾਅਦ ਉਹ ਬੈਕ ਟੂ ਨਾਰਮਲ ਆਪਣੀ ਰੂਟੀਨ 'ਚ ਜਾ ਸਕਦਾ? ਬਿਲਕੁਲ, ਲੋਕ ਇਹ ਵੀ ਪੁੱਛਦੇ हैं कि कब तक ठीक हो ਜਾਣਗੇ, ਕਿ ਕੀ ਪ੍ਰੋਬਲਮ ਆਏਗੀ। ਨਾਰਮਲੀ ਜਿਹੜਾ ਇਹ ਸਾਡਾ ਮੇਨ ਏਮ ਹੁੰਦਾ ਕਿ ਸਪੋਜ਼ ਕਈ ਲੋਕ ਕਹਿੰਦੇ ਕਿ 3 ਘੰਟੇ ਬਾਅਦ ਚਲਾ ਦਿੰਦਾ ਮੈਂ, 6 ਘੰਟੇ ਬਾਅਦ, ਤੁਸੀਂ ਐਡਵਰਟਾਈਜ਼ਮੈਂਟ ਵੀ ਦੇਖੇ ਹੋਣੇ ਆ ਕਿ 6 ਘੰਟੇ ਬਾਅਦ ਚਲਾਤਾ, 3 ਘੰਟੇ ਬਾਅਦ ਖੜਾ ਹੋ ਗਿਆ। ਦੇਖੋ ਇਤਨੀ ਵੱਡੀ ਸਰਜਰੀ हुई है, ਇੱਕ ਦਿਨ ਤੇ ਪੇਸ਼ੈਂਟ ਨੂੰ ਰੈਸਟ ਕਰਨ ਦਿਓ, ਅਗਲੇ ਦਿਨ ਖੜਾ ਕਰਾ ਦਿਓ, ਫਿਰ ਆਸਤੇ ਆਸਤੇ ਰਿਕਵਰੀ ਹੁੰਦੀ ਹੈ। ਸਾਡਾ ਮੇਨ ਏਮ ਇਹ ਹੁੰਦਾ ਹੈ ਕਿ ਜਦ ਪੇਸ਼ੈਂਟ ਹਸਪੀਟਲ ਤੋਂ ਜਾਏ ਤਾਂ ਉਹਦੇ ਗੋਡੇ 90 ਡਿਗਰੀ ਤੱਕ ਮੁੜੇ ਹੋਣ। ਤੇ ਉਹਦੇ ਬਾਅਦ ਕਈ ਲੋਕ ਵਾਕਰ ਲੈ ਲੈਂਦੇ, ਕਈ ਸਟਿਕ ਲੈ ਲੈਂਦੇ ਆ, ਸਭ ਇੰਡੀਵਿਜੂਅਲ ਤੇ ਡਿਪੈਂਡ ਕਰਦਾ ਹੈ। ਕਿਸ ਦੀ ਪੇਨ ਕੈਪੈਸਿਟੀ ਬਹੁਤ ਹੁੰਦੀ ਹੈ ਸੈਂਡ ਦੀ, ਕਿਸ ਦੀ ਪੇਨ ਕੈਪੈਸਿਟੀ, ਉਹਨੂੰ ਮਾੜੇ ਦਾ ਚੀਰਾ ਲੱਗ ਜਾਏ ਉਹਨੂੰ ਬਹੁਤ ਦਰਦ ਹੁੰਦਾ ਹੈ। ਤੇ ਹਰੇਕ ਪੇਸ਼ੈਂਟ ਤੇ ਡਿਪੈਂਡ ਕਰਦਾ। ਕਈ ਲੋਕ ਹਫਤੇ ਬਾਅਦ ਵਾਕਰ ਛੱਡ ਦਿੰਦੇ ਆ, ਕਈ ਲੋਕ 3 ਹਫਤੇ ਬਾਅਦ ਵਾਕਰ ਛੱਡਦੇ ਆ, ਕਈ ਲੋਕ ਪੌੜੀਆਂ 10 ਦਿਨ ਵਿੱਚ ਚੜ੍ਹਨੀ ਸ਼ੁਰੂ ਕਰ ਦਿੰਦੇ ਆ, ਕਈ ਲੋਕ 1.5 ਮਹੀਨੇ ਬਾਅਦ ਚੜ੍ਹਨੀ ਸ਼ੁਰੂ ਕਰਦੇ ਆ। ਪਰ ਐਵਰੇਜ ਟਾਈਮ ਜਿਹੜਾ ਹੈ 1.5 ਮਹੀਨਾ ਇਹਨੂੰ ਰਿਕਵਰੀ ਨੂੰ ਲੱਗ ਜਾਂਦਾ ਹੈ। ਪਰ ਤੁਹਾਡੀ ਨਾਰਮਲ ਲਾਈਫ ਜਿਹੜੀ ਹੈ 1.5 ਮਹੀਨੇ ਤੱਕ ਤੁਸੀਂ ਆਪਣਾ ਰੂਟੀਨ ਕੰਮ ਕਰ ਸਕਦੇ ਹੋ। ਖੜੇ ਤਾਂ ਸਾਡਾ ਮੇਨ ਹੁੰਦਾ ਕਿ ਅੱਜ ਆਪਰੇਟ ਕਰੀਏ ਤਾਂ ਕੱਲ ਪੇਸ਼ੈਂਟ ਨੂੰ ਖੜੇ ਕਰਾ ਕੇ ਉਹਨੂੰ ਚਲਾ ਦਈਏ। ਪਰ ਕਈ ਪੇਸ਼ੈਂਟ ਤਾਂ ਸਾਨੂੰ ਲੱਗਦਾ ਹੈ ਕਿ ਉਹਨੂੰ ਪੇਨ ਜ਼ਿਆਦਾ ਹੈ ਤੇ ਡ੍ਰਿਪਸ ਵਗੈਰਾ ਕੰਟੀਨਿਊ ਰੱਖਦੇ ਆ, ਔਰ 2-3 ਦਿਨ ਡ੍ਰਿਪਸ ਚੱਲਦੀਆਂ, ਉਹਦੇ ਨਾਲ ਪੇਸ਼ੈਂਟ ਨੂੰ ਚੱਲਣਾ ਥੋੜਾ ਮੁਸ਼ਕਿਲ ਹੁੰਦਾ ਹੈ। ਪਰ ਜਦ ਪੇਸ਼ੈਂਟ ਡਿਸਚਾਰਜ ਹੁੰਦਾ ਹੈ ਤਾਂ ਉਹ ਆਪਣੇ ਆਪ ਚੱਲ ਕੇ ਘਰ ਜਾਂਦਾ ਹੈ। ਹਾਂ, ਚੱਲ ਕੇ ਘਰ ਜਾਂਦਾ, ਚਾਹੇ ਸਟਿਕ ਲੈ ਚਾਹੇ ਵਾਕਰ ਲੈ, ਇਹ ਪੇਸ਼ੈਂਟ ਤੇ ਡਿਪੈਂਡ ਕਰਦਾ ਹੈ। ਕਈ ਪੇਸ਼ੈਂਟ ਚੱਲ ਪੈਂਦੇ ਆ ਸਟਿਕ ਨਾਲ, ਕਈ ਵਾਕਰ ਨਾਲ ਚੱਲਦੇ ਆ ਸ਼ੁਰੂ ਵਿੱਚ। ਅੱਛਾ, ਇਹਦੇ 'ਚ ਤੁਹਾਡਾ ਸਾਈਕੀ ਕਿੰਨੀ ਕੁ ਮੈਟਰ ਕਰਦੀ ਹੈ? ਕਿਉਂਕਿ ਬਹੁਤ ਵਾਰ ਇਹ ਹੁੰਦਾ ਹੈ ਕਿ ਕਹਿੰਦੇ ਜੀ ਗੋਡੇ ਪਵਾ ਲਏ ਤੇ ਇੱਦਾਂ ਹੋ ਜਾਣਾ, ਮੈਂ ਨਵੇਂ ਗੋਡੇ ਪਵਾਇਆ ਤੇ ਮੈਂ ਆ ਕਰ ਜਾਣਾ। ਬਿਲਕੁਲ, ਸਾਈਕੀ ਕਿੰਨੀ ਕੁ ਮੈਟਰ ਕਰਦੀ ਹੈ? ਬਹੁਤ ਮੈਟਰ ਕਰਦੀ ਹੈ। ਅਗਰ ਕਿਸੇ ਪੇਸ਼ੈਂਟ ਨੂੰ ਤੁਸੀਂ ਚੰਗੀ, ਬਹੁਤ ਵਧੀਆ ਕੁਐਸਚਨ ਹੈ ਕਿ ਕਈ ਪੇਸ਼ੈਂਟ ਸਾਡੇ ਕੋਲ ਆਉਂਦੇ ਆ ਜਿਨ੍ਹਾਂ ਦਾ ਨਾ ਇੱਕ ਗੋਡਾ ਖਰਾਬ ਹੁੰਦਾ ਹੈ, ਇੱਕ ਠੀਕ ਹੁੰਦਾ ਹੈ, ਪਰ ਉਹ ਜਦ ਜਾਂਦੇ ਆ ਡਾਕਟਰ ਕੋਲ, ਜਾਂਦੇ ਆ ਕਿਧਰੇ ਜਾਂਦੇ ਆ, ਕਈ ਵਾਰੀ ਉਹ ਦੋਨੋਂ ਗੋਡੇ ਬਦਲਾ ਲੈਂਦੇ ਆ ਇਸੇ ਚੱਕਰਾਂ ਵਿੱਚ ਕਿ ਇੱਕ ਤੇ ਬਦਲਨੇ ਦੂਜਾ ਵੀ ਬਦਲ ਦਿਓ। ਹੁੰਦਾ ਕੀ ਹੈ, ਜਿਹੜੇ ਗੋਡੇ ਵਿੱਚ ਉਹਨਾਂ ਨੂੰ ਦਰਦ ਨਹੀਂ ਹੁੰਦਾ ਉਹ ਚੀਰ ਫਾੜ ਦਾ ਦਰਦ ਸ਼ੁਰੂ ਹੋ ਜਾਂਦਾ। ਉਹ ਫਿਰ ਸਾਈਕੋਲੋਜੀਕਲੀ ਹੋ ਜਾਂਦਾ ਉਹਨਾਂ ਨੂੰ ਕਿ ਉਹਨਾਂ ਨੂੰ ਹੁੰਦਾ ਰਹੇ ਤੇ ਮੈਂ ਗੋਡੇ ਵੀ ਬਦਲਾ ਲਏ ਤੇ ਫਿਰ ਵੀ ਮੇਰਾ ਦਰਦ ਰਹਿ ਗਿਆ ਹਾਲੇ। ਦੂਜੀ ਕਈ ਕਾਉਂਸਲਿੰਗ ਕਰਨੀ ਪੈਂਦੀ, ਕਈਆਂ ਨੂੰ ਰੀੜ੍ਹ ਦੀ ਹੱਡੀ ਤੋਂ ਦਰਦ ਆ ਰਿਹਾ ਹੁੰਦਾ, ਗੋਡੇ ਵੀ ਖਰਾਬ ਹੁੰਦੇ ਆ ਉਹਨਾਂ ਦੇ, ਆਪਾਂ ਗੋਡੇ ਬਦਲ ਦਿੰਦੇ, ਰੀੜ੍ਹ ਦੀ ਹੱਡੀ ਵੱਲ ਧਿਆਨ ਨਹੀਂ ਦਿੰਦੇ ਆ। ਉਹ ਪੇਸ਼ੈਂਟ ਫਿਰ ਵੀ ਰੋਂਦਾ ਰਹਿੰਦਾ ਕਿਉਂਕਿ ਰੀੜ੍ਹ ਦੀ ਹੱਡੀ ਦੇ ਦਰਦ ਤੇ ਉਹਦੀ ਲੱਤਾਂ ਨੂੰ ਵੀ ਜਾ ਰਹੀ ਹੈ। ਉਹਨੂੰ ਲੱਗਦਾ ਮੈਂ ਗੋਡੇ ਵੀ ਬਦਲ ਦਿੱਤੇ ਆ
ਪਰ ਮੇਰਾ ਦਰਦ ਫਿਰ ਵੀ ਰਹਿ ਗਿਆ। ਤੇ ਇਹ ਕਾਉਂਸਲਿੰਗ ਜਿਹੜੀ ਹੈ, ਪੇਸ਼ੈਂਟ ਨੂੰ ਕਾਉਂਸਲਿੰਗ ਕਰਨਾ, ਪੇਸ਼ੈਂਟ ਨੂੰ ਸਮਝਾਉਣਾ ਕਿ ਕੀ ਹੋ ਸਕਦਾ ਹੈ ਤੇਰੇ ਨਾਲ, ਇੱਕ ਚੀਜ਼ ਪੇਸ਼ੈਂਟ ਨੂੰ, ਸਾਡਾ ਮੇਨ ਏਮ ਇਹ ਹੁੰਦਾ ਹੈ ਕਿ ਪੇਸ਼ੈਂਟ ਨੂੰ ਹਰੇਕ ਚੀਜ਼ ਸਮਝਾਈਏ। ਪ੍ਰੋਪਰ ਕਾਉਂਸਲਿੰਗ ਬਹੁਤ ਜ਼ਰੂਰੀ ਹੈ, ਵੱਡਾ ਆਪਰੇਸ਼ਨ ਹੈ, ਇਹਦੇ ਵਾਸਤੇ ਪ੍ਰੋਪਰ ਕਾਉਂਸਲਿੰਗ ਜ਼ਰੂਰੀ ਹੈ। ਲੋਕਾਂ ਨੂੰ ਲੱਗਦਾ ਹੈ ਕਿ ਗੋਡੇ ਬਦਲਾ ਲਿੱਤੇ ਤੇ ਤੁਸੀਂ ਬਿਲਕੁਲ ਪਰਫੈਕਟ ਹੋ ਜਾ, ਤੁਹਾਡੀ ਏਜ ਬਿਲਕੁਲ ਰਿਵਰਸ ਹੋ ਜਾਣੀ ਹੈ, ਜਦਕਿ ਜਿਹੜੀ ਬਾਡੀ ਦੀ ਵੀਕਨੈਸ ਹੈ ਉਹਨੂੰ ਇਹਦੇ ਨਾਲ ਖਤਮ ਨਹੀਂ ਕਰ ਸਕਦੇ ਗੋਡੇ ਬਦਲਣ ਨਾਲ। ਡਾਕਟਰ ਸਾਹਿਬ ਇੱਕ ਸਵਾਲ, ਚਲੋ ਮੈਂ ਤੁਹਾਡੇ ਕੋਲੇ ਪੂਰਾ ਐਗਜ਼ੈਕਟ ਨਹੀਂ ਪੁੱਛਦਾ, ਪਰ ਇਹ ਵੀ ਹੁੰਦਾ ਨਾ ਕਿ ਹਰ ਤਬਕਾ ਸਾਨੂੰ ਦੇਖ ਰਿਹਾ। ਨੀ ਰਿਪਲੇਸਮੈਂਟ ਜਿਹਦੇ 'ਚ ਹੁਣ ਦਰਦ ਹੈ, ਉਹ ਹਰ ਕੋਈ ਚਾਹੁੰਦਾ ਹੈ ਕਿ ਮੈਂ ਉਹਦਾ ਨੀ ਰਿਪਲੇਸਮੈਂਟ ਹੋ ਜਾਵੇ ਜਾਂ ਇਲਾਜ ਹੋ ਜਾਵੇ। ਜਦੋਂ ਨੀ ਰਿਪਲੇਸਮੈਂਟ ਦੀ ਕਰਦੇ ਆ ਤੇ ਮੋਟਾ ਕਿੰਨਾ ਕੁ ਖਰਚਾ ਆ ਸਕਦਾ ਹੈ, ਕਿੰਨੇ ਕੁ ਪੈਸੇ ਲੱਗ ਜਾਂਦੇ ਇਸ ਸਰਜਰੀ ਤੇ? ਖਰਚਾ ਉਹ ਠੀਕ ਨਹੀਂ ਰਹੇਗਾ ਮੇਰਾ ਖਰਚਾ ਡਿਸਕਸ ਕਰਨਾ। ਮੋਟਾ ਗੱਲ ਹੈ ਜੀ, ਮੈਂ ਪਹਿਲੇ ਤੁਹਾਨੂੰ ਕਿਹਾ ਕਿਉਂਕਿ ਇਹ ਚੰਗਾ ਨਹੀਂ ਲੱਗ ਰਿਹਾ। ਵੈਸੇ ਜੇ ਇੱਕ ਬੰਦੇ ਦਾ ਮਾਈਂਡ ਪ੍ਰਿਪੇਅਰ ਹੋ ਜਾਏ ਕਿ ਉਹ ਇੰਨੇ ਕੁ ਪੈਸੇ ਲੈ ਕੇ ਚੱਲੇ, ਅਗਰ ਤੁਸੀਂ ਇਹ ਵੀ ਕੰਪਨੀਜ਼ 'ਤੇ ਡਿਪੈਂਡ ਕਰਦਾ ਕਿਹੜੀ ਕੰਪਨੀ ਦਾ ਨੀ ਜੁਆਇੰਟਸ ਪਾ ਰਹੇ ਹੋ ਤੁਸੀਂ, ਕਿਹੜੇ ਹਸਪੀਟਲ ਵਿੱਚ ਕਰਾ ਰਹੇ ਹੋ, ਉਸ ਹਸਪੀਟਲ ਵਿੱਚ ਕਿਤਨੀ ਫੈਸਿਲਿਟੀ ਹੈ, ਕਿਤਨਾ ਤੁਹਾਡੀ ਕੀ ਇੰਸਟਰੂਮੈਂਟਸ ਹੈਗੇ, ਕੀ ਸਰਜਰੀਜ਼ ਦਾ ਤੁਹਾਡੇ ਕੋਲ ਉਹ ਹੈਗਾ ਐਕਸਪੀਰੀਅੰਸ ਹੈਗਾ, ਇਹ ਸਾਰੀ ਚੀਜ਼ਾਂ ਡਿਪੈਂਡ ਕਰਦਾ। ਪਰ ਐਵਰੇਜ ਜਿਹੜਾ ਇੰਡੀਆ ਵਿੱਚ ਖਰਚਾ ਬਾਕੀ ਜਗ੍ਹਾ ਤੋਂ ਬਹੁਤ ਕਮ ਹੈਗਾ। ਅੱਜ ਕੱਲ੍ਹ ਤੇ ਗਵਰਨਮੈਂਟ ਨੇ ਨੀਜ਼ ਦੇ ਜਿਹੜੇ ਇੰਪਲਾਂਟ ਦੇ ਪ੍ਰਾਈਸ ਫਿਕਸ ਕਰ ਦਿੱਤੇ ਹੈ, ਬਹੁਤ ਕਮ ਕਰ ਦਿੱਤੇ ਹੈ। ਤੇ ਐਵਰੇਜ ਲੈ ਕੇ ਚਲੋ, ਅਗਰ ਤੁਸੀਂ ਇੰਡੀਅਨ ਗੋਡੇ ਔਰ ਇੰਪੋਰਟਡ ਗੋਡੇ ਦੇ ਲੈ ਕੇ ਚਲੋ ਤੇ ਕਿਧਰੇ ਵੀ 1,70,75,000 ਤੋਂ 3 ਲੱਖ ਤੱਕ ਦੇ ਵਿੱਚ ਤੁਹਾਡੇ ਦੋਨੋਂ ਗੋਡੇ ਬਦਲੇ ਜਾ ਸਕਦੇ ਹੈ। ਮਤਲਬ ਸਟਾਰਟਿੰਗ 1,75,80,000 ਤੋਂ ਕਰ ਲਓ ਔਰ ਐਂਡ ਜਿਹੜਾ ਹੈ ਉਹ 3 ਲੱਖ ਤੱਕ ਕਰ ਲਓ। ਮਤਲਬ ਬਹੁਤ, ਇਹ ਦੁਨੀਆ ਵਿੱਚ ਮੈਨੂੰ ਨਹੀਂ ਲੱਗਦਾ ਕਿਧਰੇ ਵੀ ਇਤਨੇ ਕਮ ਰੇਟਸ ਵਿੱਚ ਤੁਹਾਡੇ ਨੀ ਜੁਆਇੰਟ ਰਿਪਲੇਸਮੈਂਟ ਹੋ ਸਕਦੀ ਹੈ। ਸੋ ਵਾਕਈ ਮੈਂ ਇਸ ਲਈ ਇਹ ਸਵਾਲ ਪੁੱਛ ਰਿਹਾ ਸੀ ਕਿ ਬਹੁਤ ਸਾਰੇ ਸਾਨੂੰ ਦੇਖ ਰਹੇ ਨੇ, ਚਲੋ ਇਹ ਤਾਂ ਹੋ ਗਈ ਨੀ ਰਿਪਲੇਸਮੈਂਟ ਦੀ। ਉਸ ਤੋਂ ਬਾਅਦ ਸਪੋਰਟਸ ਇੰਜਰੀ ਬਹੁਤ ਆਉਂਦੀਆਂ ਨੇ, ਜਿਹੜਾ ਲਿਗਾਮੈਂਟਸ ਹੋ ਜਾਂਦਾ। ਤੁਹਾਡੇ ਕੋਲ ਪਹਿਲੇ ਤਾਂ ਦੱਸੋ ਕਿ ਕਿੱਦਾਂ ਦੀਆਂ ਸਪੋਰਟਸ ਇੰਜਰੀਜ਼ ਆਉਂਦੀਆਂ ਨੇ ਜ਼ਿਆਦਾ? तो मेरे को कबड्डी प्लेयर्स हो गया, हॉकी प्लेयर हो गया, एथलीट्स हो गए, ये बहुत बच्चे आते हैं। तो ये ज़्यादातर सारे साढ़े हले इधर इस स्पोर्ट्स इंजरीज की ट्रीटमेंट डेवलप नहीं हुई है। स्पोर्ट्समैन को सट लगती है, वो की करते हैं कि पहले तो आस पास चले जाते हैं, मालिश करा लेंगे हैं, बना बनू लेंगे, उसके बाद जब उन्होंने थोड़ा एडवांस होता है फिर साढ़े को आते हैं। पर वो फिर ट्रीटमेंट नैचुरली होता है, पर वो लेट हो जाते हैं ट्रीटमेंट कराने। मेरी तो सब ਨੂੰ ਐਡਵਾਈਸ ਹੁੰਦੀ ਹੈ ਜਿਹੜੇ ਮੇਰੇ ਕੋਲ ਸਪੋਰਟਸ ਆਉਂਦੇ, ਜਿੱਦਾਂ ਹੀ ਸੈੱਟ ਲਓਗੇ ਕਮ ਸੇ ਕਮ ਇੱਕ ਕੁਆਲੀਫਾਈਡ ਡਾਕਟਰ ਕੋਲ ਜਾਓ, ਪ੍ਰਾਇਮਰੀ ਟ੍ਰੀਟਮੈਂਟ ਲਓ, ਉਹਦੇ ਬਾਅਦ ਆਓ। ਪਰ ਅੱਜ ਕੱਲ੍ਹ ਜਿਹੜਾ ਸਪੋਰਟਸ ਇੰਜਰੀਜ਼ ਹੈ, ਇਹਨਾਂ ਦੇ ਟ੍ਰੀਟਮੈਂਟ ਇਤਨੇ ਵਧੀਆ ਹੋ ਗਏ ਹੈ, ਜ਼ਿਆਦਾਤਰ ਲਿਗਾਮੈਂਟਸ ਦੀ ਸਰਜਰੀ ਦੂਰਬੀਨ ਨਾਲ ਹੋ ਜਾਂਦੀ ਹੈ ਅੱਜ ਕੱਲ੍ਹ, ਔਰ ਰਿਹੈਬਿਲਿਟੇਸ਼ਨ ਜਿਹੜੀ ਹੈ ਬਹੁਤ ਜਲਦੀ ਹੋ ਜਾਂਦੀ ਹੈ। ਜਿੱਦਾਂ ਕਿ ਪਹਿਲੇ ਬਹੁਤ ਵੱਡੇ ਵੱਡੇ ਚੀਰੇ ਦਿੰਦੇ ਸੀ, ਅੱਜ ਕੱਲ੍ਹ ਇਹ ਸਾਰੇ ਲਿਗਾਮੈਂਟਸ ਜਿਹੜੇ ਹੈ ਦੂਰਬੀਨ ਦੇ ਨਾਲ ਹੋ ਜਾਂਦੇ ਹੈ, ਔਰ ਅੱਛੀ ਰਿਹੈਬਿਲਿਟੇਸ਼ਨ ਹੈ, ਅੱਛੇ ਰਿਜ਼ਲਟਸ ਹੈਗੇ। ਲੋਕ ਕਾਫੀ ਖਰਾਬ ਹੋ ਜਾਂਦੇ ਸੀ ਪਹਿਲੇ, ਪਰ ਹੁਣ ਉੱਦਾਂ ਦੀ ਗੱਲ ਨਹੀਂ ਰਹੀ ਹੈ। ਇਹ ਸਾਰਾ ਟ੍ਰੀਟਮੈਂਟ ਪੋਸੀਬਲ ਹੈ ਅੱਜ ਕੱਲ੍ਹ ਦੂਰਬੀਨ ਦੇ ਨਾਲ, ਜਿਹਨੂੰ ਕਿ ਆਪਾਂ ਆਰਥੋਸਕੋਪਿਕ ਸਰਜਰੀ ਕਹਿੰਦੇ ਹਾਂ। ਅੱਛਾ, ਇਸ ਤੋਂ ਇਲਾਵਾ ਜੇ ਤੁਸੀਂ ਦੱਸੋ ਕਿ ਆਹ ਚੀਜ਼ਾਂ ਜਿਹੜੀਆਂ ਨੇ ਉਹ ਕਰ ਲਓ ਤੇ ਤੁਹਾਡੇ ਜਿਹੜੇ ਜੋੜ ਨੇ ਉਹ ਬਚ ਸਕਦੇ ਨੇ, ਜੇ ਡੇਲੀ ਰੂਟੀਨ 'ਚ ਅਸੀਂ ਓਵਰਆਲ ਗੱਲ ਕਰੀਏ, ਚਾਹੇ ਉਹ ਡਾਈਟ ਹੋਵੇ ਜਾਂ ਕਿਹੜੀਆਂ ਚੀਜ਼ਾਂ ਤੁਸੀਂ ਦੱਸਣਾ ਚਾਹੋਗੇ? ਮੈਂ ਦੱਸਿਆ ਸਾ ਤੁਹਾਨੂੰ, ਸਭ ਤੋਂ ਜ਼ਰੂਰੀ ਹੈ ਡਾਈਟ। ਸੈਕੰਡ, ਸਮੋਕਿੰਗ, ਐਲਕੋਹਲ ਅਵੋਇਡ ਕਰੋ, ਠੀਕ ਹੈ। ਥਰਡ, वेट ना ਵਧਣ ਦਿਓ, ਓਵਰਵੇਟ ਨਾ ਹੋ, ਹੈ ਨਾ। ਉਹਦੇ ਬਾਅਦ ਐਕਸਰਸਾਈਜ਼ ਰੈਗੂਲਰ ਕਰੋ, ਹਰੇਕ ਜੁਆਇੰਟ ਦੀ ਐਕਸਰਸਾਈਜ਼ ਕਰੋ। ਜ਼ਰੂਰੀ ਨਹੀਂ ਕਿ ਆਪਾਂ ਗੋਡੇ ਦੀ ਕਰਨੀ ਹੈ, ਸਾਡੇ ਇਤਨੇ ਜੁਆਇੰਟਸ ਹੈ ਬਾਡੀ ਵਿੱਚ, ਰੀੜ ਦੀ ਹੱਡੀ ਦੇ, ਗੋਡੇ ਦੇ, ਚੂਲੇ ਦੇ, ਐਂਕਲ ਦੇ, ਸ਼ੋਲਡਰ ਦੇ, ਬੈਕ, ਇਹ ਸਭ ਚੀਜ਼ਾਂ ਦੀ ਐਕਸਰਸਾਈਜ਼ ਹੋਣੀ ਚਾਹੀਦੀ। ਐਕਸਰਸਾਈਜ਼ ਨਾਲ ਤੁਹਾਡੇ ਜੁਆਇੰਟ ਨੂੰ ਮੋਬਿਲਿਟੀ ਮਿਲਦੀ ਹੈ, ਉਹਨੂੰ ਨਿਊਟ੍ਰੀਸ਼ਨ ਮਿਲਦੀ ਹੈ, ਬਲੱਡ ਸਪਲਾਈ ਜ਼ਿਆਦਾ ਹੁੰਦੀ ਹੈ, ਉਹ ਜਿਹੜਾ ਕਾਰਟਿਲੇਜ ਹੈ, ਜਿਹੜਾ ਕਵਰ ਹੈ, ਉਹਨੂੰ ਉਹਦੀ ਗਰੋਥ ਹੁੰਦੀ ਰਹਿੰਦੀ ਹੈ ਨਾ। ਅਗਰ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਹੈ ਤਾਂ ਇਮੀਡੀਏਟ ਡਾਕਟਰ ਕੋਲ ਜਾਓ, ਉਹਦੇ ਤੋਂ ਐਡਵਾਈਸ ਲਓ ਕਿ ਕੀ ਕਰਨਾ ਹੈ, ਐਡਵਾਈਸ ਨਾਲ ਚਲੋ। ਅੱਜ ਕੱਲ੍ਹ ਆਲਮੋਸਟ ਸਾਰੀ ਚੀਜ਼ਾਂ ਦਾ ਟ੍ਰੀਟਮੈਂਟ ਹੈਗਾ। ਹਾਂ, ਬਹੁਤ ਲੇਟ ਹੋ ਜਾਓ ਤਾਂ ਫਿਰ ਮੁਸ਼ਕਿਲ ਹੋ ਜਾਂਦਾ, ਫਿਰ ਸਾਨੂੰ ਸਰਜੀਕਲ, ਸਾਡਾ ਤਾਂ ਮੇਨ ਇਹ ਹੁੰਦਾ ਹੈ ਕਿ ਸਰਜਰੀ ਲਿਮਿਟਿਡ ਕਰੀਏ ਜਿੱਤਨੀ, ਐਟਲੀਸਟ ਆਪਣੇ ਜੁਆਇੰਟਸ। ਮੈਂ ਤਾਂ ਪੇਸ਼ੈਂਟ ਨੂੰ ਇਹ ਕਹਿੰਦਾ ਕਿ ਜਦ ਤੱਕ ਤੁਹਾਡਾ ਜੋੜ ਚੱਲ ਰਿਹਾ ਚਲਾਓ, ਆਪਣਾ ਜੁਆਇੰਟ ਆਪਣਾ ਜਿਹੜਾ ਭਗਵਾਨ ਨੇ ਦਿੱਤਾ, ਕੁਦਰਤ ਨੇ ਦਿੱਤਾ। ਜਦ ਨਹੀਂ ਚਲੇਗਾ ਤਾਂ ਆਰਟੀਫਿਸ਼ੀਅਲ ਹੈ, ਪਰ ਆਰਟੀਫਿਸ਼ੀਅਲ ਜੁਆਇੰਟ ਦਾ 100% ਸਕਸੈਸਫੁਲ ਨਹੀਂ ਹੈ। ਇੱਕ ਦਾ ਥੋੜ੍ਹਾ ਜਿਹਾ ਹਿੱਸਾ ਜਿਹੜਾ ਹੈ ਡਾਕਟਰ ਦਾ ਰੋਲ ਹੈ, ਕੁਛ ਪੇਸ਼ੈਂਟ ਦੀ ਕਿਸਮਤ ਹੁੰਦੀ ਹੈ, ਕੁਛ ਰੱਬ ਦੇ ਵਾਸਤੇ। ਵਾਕਈ ਬਹੁਤ ਸਾਰੀਆਂ ਚੀਜ਼ਾਂ ਜਿਹਦੇ ਵਿੱਚ ਕੰਮ ਕਰਦੀਆਂ ਨੇ ਕਿ ਜੇ ਤੁਸੀਂ ਆਪਣਾ ਨੈਚੁਰਲ ਅੰਗ ਰੱਖ ਕਹਿੰਦੇ ਹੋ ਕਿ ਦੁਬਾਰਾ ਮੁੜ ਕੇ ਆ ਜਾਵੇ, ਤਾਂ ਜਿਵੇਂ ਡਾਕਟਰ ਸਾਹਿਬ ਕਹਿ ਰਹੇ ਨੇ ਕਿ ਉਹ ਦੁਬਾਰਾ ਮੁੜ ਕੇ ਨਹੀਂ ਆਉਂਦਾ। ਸੋ ਜੋ ਆਪਣੇ ਜਿਹੜੇ ਕੁਦਰਤੀ ਅੰਗ ਹੈ ਨਾ, ਉਹਨਾਂ ਦੀ ਸੰਭਾਲ ਕਰੋ, ਕਿਉਂਕਿ ਇਹ ਬਹੁਤ ਜ਼ਰੂਰੀ ਹੈ। ਚੰਗਾ ਖਾਓ, ਸ਼ਰਾਬ ਜਿਹਨੂੰ ਅਲਕੋਹਲ ਕਹਿੰਦੇ ਆ ਜਾਂ ਨਸ਼ਾ ਕਹਿੰਦੇ ਆ, ਸਮੋਕਿੰਗ ਕਹਿੰਦੇ ਆ, ਇਹਨੂੰ ਛੱਡ ਦਿਓ, ਕਿਉਂਕਿ ਬਾਅਦ ਵਿੱਚ ਪਛਤਾਵੇ ਤੋਂ ਇਲਾਵਾ ਸ਼ਾਇਦ ਕੁਝ ਨਹੀਂ ਬਚਦਾ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਇਹਨਾਂ ਖਗੋਲ ਕੇ ਜਾਣਕਾਰੀ ਦੇਣ ਲਈ। ਧੰਨਵਾਦ ਜੀ।
ਮੈਂ ਇਦਾਂ ਦੇ ਐਕਸਪਰਟਸ ਦੇ ਨਾਲ ਹਮੇਸ਼ਾ ਗੱਲਬਾਤ ਕਰਦਾ ਰਹਿਣਾ ਔਰ ਕੋਸ਼ਿਸ਼ ਇਹੀ ਹੁੰਦੀ ਹੈ ਕਿ ਤੁਹਾਡੇ ਤਾਈਂ ਜੈਨੂਨ ਐਕਸਪਰਟ ਜਿਹੜੇ ਆ ਉਹ ਲੈ ਕੇ ਆਵਾਂ। ਤੁਸੀਂ ਦੇਖਦੇ ਰਹੋ ਟੀਵੀ ਪੰਜਾਬ। ਮੈਂ ਜਤਿੰਦਰ ਸਿੰਘ ਖਹਿਰਾ, ਕੈਮਰਾਮੈਨ ਅਰਵਿੰਦਰ ਦੇ ਨਾਲ, ਜਲੰਧਰ ਤੋਂ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।